ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਪਾਲਹਿ ਅਕਿਰਤ ਘਨਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰਹਿ ਸੁਣਤੇ ਉਦਰਹਿ, ਬਿਨ ਸਹਿ ਪਾਪ ਕਨੇਰੇ। ਪਸੂ ਪਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। ਬਲਿਹਾਰੀ ਗੁਰ ਆਪਣੇ, ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਵਗਤ ਨਿਰਮਾਇ ਉਪਜੈ, ਨਿਰਗੁਣ ਤੇ ਸਰਗੁਣ ਕੀਆ। ਸਤਿਗੁਰ ਪਰਚੈ ਪਰਮ ਪਦ ਪਾਈਐ, ਸਾਚੈ ਸ਼ਬਦ ਸਮਾਇ ਕੀਆ। ਅਵਗਤ ਨਿਰਮਾਇ ਉਪਜੈ, ਨਿਰਗੁਣ ਤੇ ਸਰਗੁਣ ਕੀਆ। ਸਤਿਗੁਰ ਪਰਚੈ ਪਰਮ ਪਦ ਪਾਈਐ, ਸਾਚੈ ਸ਼ਬਦ ਸਮਾਇ ਕੀਆ। ਏਕੇ ਕਉ ਸਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰ ਕਮਲ ਪ੍ਰਗਾਸ ਕੀਆ। ਜੀਵਤ ਮਰੈ ਤਾ ਸਭ ਕਿਛ ਸੂਝੈ, ਅੰਤਰ ਜਾਣੈ ਸਰਬ ਦਇਆ। ਨਾਨਕ ਤਾਕਉ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆ। ਜੀਵਤ ਮਰੈ ਤਾ ਸਭ ਕਿਛ ਸੂਝੈ, ਅੰਤਰ ਜਾਣੈ ਸਰਬ ਦਇਆ। ਨਾਨਕ ਤਾਕਉ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ, ਦੀਨ ਦਇਆਲ ਮਿਹਰਬਾਨ, ਦਸਾਂ ਪਾਤਸ਼ਾਹੀਆਂ ਦੀ ਜੋਤ। ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਸਾ ਧਰਤੀ ਭਈ ਹਰੀ ਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰੀ ਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਸ੍ਰੀ ਅਨੰਦ ਸਾਹਿਬ, ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦੀ ਸੇਵਾ ਸਤਿਗੁਰਾਂ ਨੇ ਆਪਣੇ ਦਰਸ਼ਨ ਬਖਸ਼ ਕੇ ਨਿਹਾਲ ਕੀਤਾ। ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਲੜੀਵਾਰ ਰੂਪ ਵਿੱਚ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਿੱਧ ਗੋਸ਼ਟ ਬਾਣੀ ਦੁਆਰਾ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਜੋ ਸਿੱਧਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਇਹ ਗਿਆਨ ਵਿਚਾਰ ਹੋਈ ਹੈ, ਸਿੱਧਾਂ ਦੇ ਨਾਲ ਗੋਸ਼ਟੀ ਹੋਈ ਹੈ, ਸਿੱਧਾਂ ਦੇ ਸਵਾਲ, ਗੁਰੂ ਮਹਾਰਾਜ ਸਾਹਿਬ ਜੀ ਦੇ ਜਵਾਬ, ਮਹਾਨ ਪਵਿੱਤਰ ਬਾਣੀ ਜਿਸ ਦੀਆਂ 23 ਪੌੜੀਆਂ ਪਿੱਛੇ ਹੋ ਚੁੱਕੀਆਂ ਹਨ। ਜਿਸ ਪੌੜੀ ਦਾ ਅਸੀਂ ਪਾਠ ਸਰਵਣ ਕੀਤਾ ਹੈ ਇਹ 24 ਨੰਬਰ ਦੀ ਪੌੜੀ ਹੈ। 940 ਅੰਗ ਤੇ ਸੋਭਨੀਕ ਹੈ। ਜਿਵੇਂ ਗਰੀਬ ਨਵਾਜ ਸਤਿਗੁਰੂ ਜੀ ਨੂੰ ਸਿੱਧ ਸਵਾਲ ਕਰਦੇ ਹਨ, ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਹਨ, ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਵਗਤੋ ਦਰਬਾਰ ਉਪਜੇ। ਸਿੱਧਾਂ ਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗਰੀਬ ਨਵਾਜ ਸਤਿਗੁਰੂ ਉਹ ਪਰਮੇਸ਼ਰ ਵਾਹਿਗੁਰੂ ਸੰਸਾਰ ਦੇ ਵਿੱਚ ਕਿਵੇਂ ਪ੍ਰਗਟ ਹੁੰਦੇ ਹਨ। ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤਾ, ਅਵਗਤੋ ਜੋ ਆਵ ਕਠਨ ਹੈ ਜਿਸ ਦੀ ਗਤੋ ਪ੍ਰਾਪਤੀ, ਜੋ ਕਠਨ ਪ੍ਰਾਪਤੀ ਵਾਲੇ ਹਨ, ਜੋ ਵਿਅਕਤੀਗਤ ਸਰੂਪ ਤੋਂ ਆ ਰਹਿਤ ਹਨ, ਐਸਾ ਜੋ ਬ੍ਰਹਮ ਹੈ ਜਿਸ ਦਾ ਆਮ ਵਿਅਕਤੀਆਂ ਵਾਲਾ ਸਰੂਪ ਨਹੀਂ ਹੈ। ਅਵਗਤੋ ਨਿਰਮਾਇਲ ਜੋ ਮੈਲ ਤੋਂ ਰਹਿਤ ਹੈ, ਮਾਇਆ ਦੀ ਮੈਲ ਤੋਂ, ਮਾਇਆ ਦੇ 3 ਗੁਣਾਂ ਦੀ ਮੈਲ ਤੋਂ ਰਹਿਤ, ਜੋ ਨਿਰਗੁਣ ਸਰੂਪ ਹੈ। ਉਹ ਨਿਰਗੁਣ ਸਰੂਪ ਤੋਂ ਪਰਮੇਸ਼ਰ ਵਾਹਿਗੁਰੂ ਜੀ ਆਪਣੀ ਖੁਸ਼ੀ ਦੇ ਨਾਲ, ਆਪਣੀ ਮੌਜ ਦੇ ਨਾਲ ਜਦੋਂ ਚਾਹੁੰਦੇ ਹਨ ਉਸ ਵੇਲੇ ਸਰਗੁਣ ਹੋ ਜਾਂਦੇ ਹਨ। ਅਵਗਤੋ ਨਿਰਮਾਇਲ ਉਪਜੇ, ਉਹ ਆਪ ਹੀ ਆਪਣੇ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਹੁੰਦੇ। ਜੋ ਨਿਰਮਾਇਲ ਮਾਇਆ ਮੈਲ ਤੋਂ ਰਹਿਤ ਨਿਰੰਜਨ ਸੁੱਧ ਸਰੂਪ ਪਰਮੇਸ਼ਰ ਹਨ। ਨਿਰਗੁਣ ਤੇ ਸਰਗੁਣ ਕੀਆ। ਇਹ ਸਿੱਧੋ ਪਰਮੇਸ਼ਰ ਨਿਰਗੁਣ ਹੈ। ਉਹ ਨਿਰਗੁਣ ਸਰੂਪ ਤੋਂ ਫਿਰ ਸਰਗੁਣ ਹੋ ਗਿਆ। ਨਿਰਗੁਣ ਤੋਂ ਉਸਨੇ ਸਰਗੁਣ ਥੀਆ ਹੋਣਾ ਕੀਤਾ। ਸਿੱਧਾਂ ਨੇ ਆਖਿਆ, ਮਹਾਰਾਜ ਉਹ ਨਿਰਗੁਣ ਤੋਂ ਸਰਗੁਣ ਕਿਉਂ ਹੋਇਆ? ਸਤਿਗੁਰੂ ਕਹਿੰਦੇ, ਭਾਈ ਉਹ ਪਰਮੇਸ਼ਰ ਵਾਹਿਗੁਰੂ ਸਮੇਂ-ਸਮੇਂ ਦੇ ਨਾਲ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਸਤੇ ਨਿਰਗੁਣ ਤੋਂ ਸਰਗੁਣ ਹੋਇਆ। ਪਰਮੇਸ਼ਰ ਵਾਹਿਗੁਰੂ ਨਿਰਗੁਣ ਸਰੂਪ ਉਹਦਾ ਹੈ
ਜੋ ਆਕਾਰ ਤੋਂ ਵੀ ਰਹਿਤ ਹੈ, ਸਰੀਰਾਂ ਤੋਂ ਵੀ ਰਹਿਤ ਹੈ, ਜਿਸ ਦਾ ਨਾ ਕੋਈ ਚੱਕਰ ਹੈ, ਨਾ ਚਿਹਨ ਹੈ, ਨਾ ਜਾਤ ਹੈ, ਨਾ ਗੋਤ ਹੈ, ਉਹ ਨਿਰਗੁਣ ਸਰੂਪ ਦਾ ਮਹਾਰਾਜ ਸਾਹਿਬ ਜੀ ਨੇ ਬਾਣੀ ਵਿੱਚ ਕਥਨ ਕਰਦਿਆਂ ਬੇਅੰਤ ਥਾਵਾਂ ਤੇ ਉਚਾਰਨ ਕੀਤਾ। ਜਿਵੇਂ ਜਾਪ ਸਾਹਿਬ ਦੇ ਆਰੰਭ ਵਿੱਚ ਹੀ ਮਹਾਰਾਜ ਕਹਿੰਦੇ ਹਨ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹੇ। ਨਾ ਉਹਦਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਜਾਤ ਹੈ, ਨਾ ਗੋਤ ਹੈ, ਨਾ ਚੱਕਰ ਹੈ, ਨਾ ਚਿਹਨ ਹੈ, ਨਾ ਕੋਈ ਵਰਨ ਹੈ। ਕੋਈ ਵੀ ਕਹਿ ਨਹੀਂ ਸਕਦਾ ਉਸ ਦੇ ਸੰਬੰਧ ਵਿੱਚ, ਕੋ ਕਹਿ ਨਾ ਸਕਤ ਕੇਹੇ। ਫਿਰ ਉਹ ਕੈਸਾ ਹੈ? ਅਚਲ ਮੂਰਤ। ਉਸ ਦਾ ਜੋ ਸਰੂਪ ਹੈ, ਜੋ ਮੂਰਤ ਹੈ, ਉਹ ਅਚਲ ਹੈ, ਚਲਾਏਮਾਨ ਹੋਣ ਵਾਲਾ ਸਰੂਪ ਨਹੀਂ ਹੈ, ਇੱਕ ਰਸ ਰਹਿਣ ਵਾਲਾ ਸਰੂਪ ਹੈ। ਅਨੁਭਵ ਪ੍ਰਕਾਸ਼, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਣ ਵਾਲਾ ਹੈ, ਕਿਸੇ ਤੋਂ ਪ੍ਰਕਾਸ਼ ਨਹੀਂ ਲੈਂਦਾ, ਆਪ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ ਦੇ ਰਿਹਾ ਹੈ। ਸਾਰੇ ਜੀਵਾਂ ਜੰਤੂਆਂ ਵਿੱਚ ਉਸੇ ਦਾ ਪ੍ਰਕਾਸ਼ ਹੈ, ਉਸ ਦੀ ਹੀ ਜੋਤ ਸਾਰਿਆਂ ਵਿੱਚ ਕੰਮ ਕਰਦੀ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਆਪ ਸਾਰਿਆਂ ਨੂੰ ਆਪਣੀ ਜੋਤ ਦੇ ਰਿਹਾ ਹੈ, ਆਪਣਾ ਪ੍ਰਕਾਸ਼ ਦੇ ਰਿਹਾ ਹੈ, ਆਪਣਾ ਨੂਰ ਦੇ ਰਿਹਾ ਹੈ, ਪਰ ਆਪ ਉਹ ਕਿਸੇ ਪਾਸੋਂ ਪ੍ਰਕਾਸ਼ ਲੈਂਦਾ ਨਹੀਂ ਹੈ, ਉਹਦਾ ਪ੍ਰਕਾਸ਼ ਆਪਣਾ ਹੈ। ਅਨੁਭਵ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਸਹਿ ਭੰਗ ਸੁਦੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ। ਇਹੀ ਉਹਦਾ ਅਚਰਜ ਸਰੂਪ ਹੈ। ਆਪ ਸਾਰਿਆਂ ਨੂੰ ਆਸਰਾ ਦੇ ਰਿਹਾ ਹੈ, ਆਧਾਰ ਦੇ ਰਿਹਾ ਹੈ, ਤੇ ਆਪ ਕਿਸੇ ਦਾ ਆਸਰਾ ਨਹੀਂ ਉਹ ਭਾਲਦਾ, ਆਪ ਨਿਰਾਧਾਰ ਹੈ, ਆਸਰੇ ਤੋਂ ਰਹਿਤ ਹੈ, ਆਪਣੇ ਆਸਰੇ ਹੈ। ਆਪ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ ਹੈ ਤੇ ਆਪ ਉਹ ਕਿਸੇ ਦੇ ਪਾਸੋਂ ਪ੍ਰਕਾਸ਼ ਨਹੀਂ ਲੈਂਦਾ। ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ, ਜਿਸ ਦਾ ਓਜ ਬਲ ਅਮਿਤ ਮਿਣਤੀ ਤੋਂ ਰਹਿਤ ਕਥਨ ਕੀਤਾ ਜਾਂਦਾ ਹੈ। ਭਾਵ ਬੇਅੰਤ ਬਲ ਵਾਲਾ ਹੈ। ਉਸ ਪ੍ਰਭੂ ਦੇ ਬਲ ਨੂੰ, ਉਹਦੇ ਜੋਰ ਨੂੰ, ਉਹਦੀ ਤਾਕਤ ਨੂੰ ਕੋਈ ਕਥਨ ਹੀ ਨਹੀਂ ਕਰ ਸਕਦਾ। ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਕਰੋੜਾਂ ਇੰਦਰਾਂ ਦਾ ਇੰਦਰ ਹੈ, ਕਰੋੜਾਂ ਸ਼ਾਹੂਕਾਰਾਂ ਦਾ ਸ਼ਾਹੂਕਾਰ ਹੈ, ਕਰੋੜਾਂ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੈ। ਗਣਿਜੈ, ਉਹ ਗਿਣਿਆ ਜਾਂਦਾ ਹੈ। ਤੇਰੇ ਭਵਨ ਮਹੀਪ, ਤਿੰਨਾਂ ਭਵਨਾਂ ਦਾ ਮਹੀਪ ਰਾਜਾ ਹੈ, ਮਾਲਕ। ਸੁਰ ਨਰ ਅਸੁਰ, ਦੇਵਤੇ ਮਨੁੱਖ ਤੇ ਦੈਂਤ। ਸੁਰ ਨਰ ਅਸੁਰ ਸਾਰੇ ਉਸ ਨੂੰ ਬੇਅੰਤ ਬੇਅੰਤ ਕਹਿੰਦੇ ਹਨ। ਨੇਤ ਨੇਤ ਬਣ ਤ੍ਰਿਣ ਕਹਿਤ, ਬੇਅੰਤ ਬੇਅੰਤ ਕਹਿੰਦੇ। ਜੰਗਲ ਵੀ, ਘਾਹ ਦੇ ਤੀਲਿਆਂ ਤੱਕ, ਦੇਵਤਿਆਂ ਤੋਂ ਲੈ ਕੇ ਇੱਕ ਕੱਖ ਤੀਕ ਸਾਰੇ ਉਸ ਨੂੰ ਬੇਅੰਤ ਬੇਅੰਤ ਕਹਿੰਦੇ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ। ਐਸਾ ਜੋ ਪਰਮੇਸ਼ਰ ਹੈ, ਮਹਾਰਾਜ ਕਹਿੰਦੇ ਸਿੱਧੋ ਪਰਮੇਸ਼ਰ ਨਿਰਗੁਣ ਸਰੂਪ ਹੈ, ਚੱਕਰ ਚਿਹਨ ਤੋਂ ਰਹਿਤ ਹੈ, ਮਾਇਆ ਦੇ ਗੁਣਾਂ ਤੋਂ ਰਹਿਤ ਹੈ। ਪਰ ਜਿਸ ਵੇਲੇ ਉਹ ਚਾਹੁੰਦਾ ਹੈ ਨਾ, ਫਿਰ ਉਹ ਮਾਇਆ ਸਫਲ ਹੋ ਜਾਂਦਾ, ਮਾਇਆ ਦੇ ਗੁਣਾਂ ਦੇ ਸਹਿਤ ਹੋ ਜਾਂਦਾ ਹੈ। ਆਪਣੇ ਆਪ ਤੋਂ ਹੀ ਉਹ ਫਿਰ ਮਾਇਆ ਨੂੰ ਵੀ ਪੈਦਾ ਕਰ ਦਿੰਦਾ, ਇਹ ਸੰਸਾਰ ਨੂੰ ਪੈਦਾ ਕਰ ਦਿੰਦਾ ਹੈ। ਉਹ ਨਿਰਗੁਣ ਸਰੂਪ, ਸੁੱਧ ਸਰੂਪ, ਨਿਰਮਾਇਲ ਸਰੂਪ, ਮੈਲ ਤੋਂ ਰਹਿਤ ਸਰੂਪ ਹੈ ਉਸ ਦਾ। ਪਰ ਆਪਣੇ ਆਪ ਤੋਂ ਹੀ ਉਹ ਇਹ ਮਾਇਆ ਨੂੰ ਪੈਦਾ ਕਰਕੇ ਸੰਸਾਰ ਨੂੰ ਪੈਦਾ ਕਰਦਾ ਹੈ ਤੇ ਸਰਗੁਣ ਸਰੂਪ ਹੋ ਜਾਂਦਾ। ਇਹ ਜਿੰਨਾ ਸੰਸਾਰ ਵੀ ਹੈ, ਇਹ ਵੀ ਤਾਂ ਉਹਨੇ ਆਪ ਹੀ ਪੈਦਾ ਕੀਤਾ ਹੈ। ਇਹ ਸਾਰਾ ਸੰਸਾਰ ਵੀ ਉਹਦਾ ਰੂਪ ਹੈ।
ਤੇ ਉਹਦੀ ਮੌਜ ਹੋਈ। ਉਹਦਾ ਇਹ ਖਿਆਲ ਹੋਇਆ ਕਿ ਸ੍ਰਿਸ਼ਟੀ ਰਚੀਏ, ਸੰਸਾਰ ਬਣਾਈਏ। ਤਾਂ ਉਸਨੇ ਆਪਣੇ ਆਪ ਤੋਂ ਫਿਰ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ, ਸਾਰੀ ਰਚਨਾ ਕਰ ਦਿੱਤੀ ਕਿ ਇੱਕ ਤੋਂ ਹੁਣ ਮੈਂ ਬਹੁਤੇ ਰੂਪ ਹੋ ਜਾਵਾਂ। ਤੇ ਇਹ ਅਨੇਕਾਂ ਜੀਵ ਜੰਤੂ ਇਹਨੇ ਪੈਦਾ ਕਰ ਦਿੱਤੇ। ਦੇਖੋ ਕੈਸੀ ਅਚਰਜਤਾ ਹੈ ਉਸ ਪਰਮੇਸ਼ਰ ਦੀ। ਕਦੀ ਇਹ ਕੁਝ ਵੀ ਨਹੀਂ ਸੀ। ਮਹਾਰਾਜ ਬਾਣੀ 'ਚ ਕਹਿੰਦੇ ਆ ਨਾ ਵੀ ਮਹਾਂਪਰਲੋ ਦੇ ਵੇਲੇ, ਜਿਸ ਵੇਲੇ ਪਰਮੇਸ਼ਰ ਨੇ ਕੋਈ ਰਚਨਾ ਨਹੀਂ ਸੀ ਕੀਤੀ, ਉਸ ਵੇਲੇ ਕੁਝ ਵੀ ਨਹੀਂ ਸੀ। ਫਿਰ ਜਦੋਂ ਕੁਝ ਵੀ ਨਹੀਂ ਸੀ, ਉਦੋਂ ਕੀ ਸੀ? ਉਸ ਵੇਲੇ ਉਹ ਨਿਰਗੁਣ ਬ੍ਰਹਮ ਆਪ ਹੀ ਸੀ। ਆਪ ਹੀ ਆਪਣੇ ਆਪੇ ਵਿੱਚ ਲੀਨ ਸੀ। ਮਹਾਰਾਜ ਸਾਹਿਬ ਕਹਿੰਦੇ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮੇ ਅਪਾਰਾ। ਨਾ ਉਦੋਂ ਧਰਤੀ ਸੀ, ਨਾ ਆਕਾਸ਼ ਸੀ। ਇਹ ਧਰਤੀ ਤੇ ਆਕਾਸ਼ ਉਦੋਂ ਕਿਉਂ ਨਹੀਂ ਸੀ? ਮਹਾਰਾਜ ਕਹਿੰਦੇ ਉਹਦੇ ਹੁਕਮ ਦੀ ਖੇਡ ਆ। ਉਸ ਵੇਲੇ ਪੈਦਾ ਹੀ ਨਹੀਂ ਸੀ ਉਹਨੇ ਕੀਤਾ ਕੁਝ। ਜਦੋਂ ਕੁਝ ਵੀ ਨਹੀਂ ਪੈਦਾ ਕੀਤਾ, ਨਾ ਧਰਤੀ ਸੀ ਨਾ ਆਕਾਸ਼ ਸੀ। ਜਦੋਂ ਧਰਤੀ ਆਕਾਸ਼ ਹੀ ਨਹੀਂ ਤੇ ਫਿਰ ਧਰਤੀ ਤੇ ਰਹਿਣ ਵਾਲੇ ਵੀ ਕਿੱਥੋਂ ਨੇ? ਫਿਰ ਧਰਤੀ ਤੇ ਜਿੰਨੇ ਉਹਨੇ ਜੀਵ ਜੰਤੂ ਪੈਦਾ ਕੀਤੇ, ਧਰਤੀ ਨੂੰ ਪੈਦਾ ਕੀਤਾ ਤੇ ਨਾਲ ਹੀ ਪੈਦਾ ਕੀਤੇ ਨਾ ਬਾਅਦ ਵਿੱਚ। ਧਰਤੀ ਵੀ ਨਹੀਂ ਸੀ ਤੇ ਆਕਾਸ਼ ਵੀ ਨਹੀਂ ਸੀ ਤੇ ਜਿੰਨੇ ਜੀਵ ਜੰਤੂ ਕੁਝ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮੇ ਅਪਾਰਾ। ਨਾ ਦਿਨ ਰੈਨ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਨਾ ਤੇ ਉਦੋਂ ਦਿਨ ਸੀ, ਨਾ ਰਾਤ ਸੀ, ਨਾ ਚੰਦਰਮਾ ਸੀ, ਨਾ ਸੂਰਜ ਸੀ। ਫਿਰ ਮਹਾਰਾਜਾ ਹੈ ਕੀ ਸੀ? ਕਹਿੰਦੇ ਉਹ ਇਕੱਲਾ ਹੀ ਸੀ, ਆਪ ਹੀ ਸੀ। ਸੁਨ ਸਮਾਧ ਲਗਾਏਂਦਾ। ਉਹ ਆਪਣੇ ਆਪੇ ਵਿੱਚ ਅਫੁਰ ਸਮਾਧੀ ਲਾ ਕਰਕੇ ਆਪ ਹੀ ਬੈਠੇ ਹੋਏ ਸਨ। ਹੋਰ ਕੁਝ ਵੀ ਨਹੀਂ ਰਚਨਾ ਕੀਤੀ ਸੀ ਉਸ ਮੌਕੇ। ਤਾਂ ਐਸਾ ਉਹ ਪਰਮੇਸ਼ਰ ਤਾਂ ਜਦੋਂ ਉਹਦੀ ਮੌਜ ਹੋਈ ਤਾਂ ਉਸਨੇ ਫਿਰ ਇਹ ਸਾਰੀ ਸ੍ਰਿਸ਼ਟੀ ਰਚ ਦਿੱਤੀ। ਤਰ੍ਹਾਂ ਤਰ੍ਹਾਂ ਦੀ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ। ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮਣਾ ਕਰਨਾ ਜਾਈ। ਸੋ ਪਾਤਸ਼ਾਹੁ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ। ਐਸਾ ਉਹ ਵਾਹਿਗੁਰੂ ਪਰਮੇਸ਼ਰ ਰਜਾ ਦਾ ਮਾਲਕ, ਉਹਨੇ ਆਪਣੀ ਰਜਾ ਦੇ ਵਿੱਚ, ਆਪਣੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਤਾਂ ਆਪ ਉਹ ਨਿਰਗੁਣ ਤੋਂ ਸਰਗੁਣ ਸਰੂਪ ਹੋਇਆ। ਇਹ ਦੋਵੇਂ ਰੂਪ ਉਸੇ ਦੇ ਹੀ ਹਨ। ਨਿਰਗੁਣ ਆਪ, ਸਰਗੁਣ ਭੀ ਉਹੀ। ਕਲਾ ਧਾਰ ਜਿਨ ਸਗਲੀ ਮੋਹੀ। ਤੇ ਕਦੇ ਕਦੇ ਆਪਣੀ ਸ੍ਰਿਸ਼ਟੀ ਦੇ ਵਿੱਚ ਉਹ ਛੇਤੀ ਦੇ ਨਾਲ ਵੀ ਸਰੂਪ ਧਾਰਨ ਕਰਕੇ ਪ੍ਰਗਟ ਹੋ ਜਾਂਦੇ। ਮਹਾਰਾਜ ਕਹਿੰਦੇ ਸਿੱਧੋ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਸਤੇ ਵੀ ਪ੍ਰਭੂ ਪ੍ਰਗਟ ਹੋ ਜਾਂਦੇ। ਜਿਵੇਂ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨ ਵਾਸਤੇ ਜਿਸ ਵੇਲੇ ਹਰਨਾਕਸ਼ ਪ੍ਰਹਿਲਾਦ ਨੂੰ ਬਹੁਤ ਦੁੱਖ ਦਿੰਦਾ, ਤੰਗ ਕਰਦਾ, ਕਿਉਂਕਿ ਹਰਨਾਕਸ਼ ਨੇ ਵੀ ਤਪ ਕੀਤਾ ਸੀ। ਸਾਧ ਸੰਗਤ ਜੀ, ਤਪ ਕਰਕੇ ਰਾਜਾ ਬਣਿਆ ਮੁਲਤਾਨ ਦਾ। ਇਹਨੇ ਵਰਦਾਨ ਲਿਆ ਹੋਇਆ ਸੀ ਬ੍ਰਹਮਾ ਦੇ ਪਾਸੋਂ, ਨਾ ਮੈਂ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਧਰਤੀ ਤੇ ਮਰਾਂ, ਨਾ ਆਕਾਸ਼ 'ਚ ਮਰਾਂ, ਤੇ ਨਾ 84 ਲੱਖ ਜੂਨ ਦੇ ਵਿੱਚੋਂ ਮੈਨੂੰ ਕੋਈ ਮਾਰ ਸਕੇ, ਮਨੁੱਖ ਵੀ ਨਾ ਮਾਰ ਸਕੇ, ਤੇ ਨਾ ਕਿਸੇ ਹਥਿਆਰ ਤੋਂ ਮੈਂ ਮਰਾਂ। ਇਹ 8 ਵਾਰ ਲਏ ਸੀ ਹਰਨਾਕਸ਼ ਨੇ। ਜਦੋਂ ਇਹਨੂੰ ਇਹ 8 ਵਾਰ ਮਿਲੇ ਤਪ ਤੋਂ ਬਾਅਦ ਬ੍ਰਹਮਾ ਦੇ ਪਾਸੋਂ, ਫਿਰ ਇਹਦਾ ਖਿਆਲ ਵੀ ਹੁਣ ਮੈਂ ਤਾਂ ਮਰਨਾ ਹੀ ਨਹੀਂ ਹੈ। ਵੀ ਬੰਦਾ ਇਸ ਤਰੀਕੇ ਨਾਲ ਹੀ ਮਰਦਾ, ਜਾਂ ਉਹ ਅੰਦਰ ਕਮਰੇ 'ਚ ਮਰਦਾ, ਜਾਂ ਬਾਹਰ ਕਿਤੇ ਤੁਰਿਆ ਫਿਰਿਆ ਮਰਦਾ, ਜਾਂ ਧਰਤੀ ਦੇ ਉੱਤੇ ਤੁਰਦਾ ਹੋਇਆ ਕਿਤੇ ਉਹਦੇ ਪ੍ਰਾਣ ਨਿਕਲਦੇ ਆ, ਜਾਂ ਕਿਤੇ ਹੋਰ, ਜਾਂ ਦਿਨੇ ਮੌਤ ਹੁੰਦੀ ਜਾਂ ਰਾਤ ਨੂੰ ਹੁੰਦੀ।
ਜਾਂ ਕਿਸੇ ਹਥਿਆਰ ਦੇ ਨਾਲ ਮਰਦਾ ਏ ਜਾਂ ਕੋਈ ਮਨੁੱਖ ਹੀ ਮਾਰਦਾ। ਹੁਣ ਇਹ ਸਾਰਿਆਂ ਮੈਂ ਤਾਂ ਕਿਸੇ ਪਾਸੇ ਮਰਨਾ ਹੀ ਨਹੀਂ ਹੈ। ਤੇ ਜਿਹੜਾ ਮਰੇ ਨਾ ਉਹ ਰੱਬ ਹੁੰਦਾ, ਪਰਮੇਸ਼ਰ ਹੀ ਨਹੀਂ ਮਰਦਾ। ਉਹਨੇ ਕਿਹਾ ਵੀ ਇਸ ਕਰਕੇ ਮੈਂ ਤੇ ਹੁਣ ਰੱਬ ਬਣ ਗਿਆ, ਮੈਂ ਮਰਨਾ ਨਹੀਂ। ਜਦੋਂ ਇਨਸਾਨ ਨੂੰ ਮੌਤ ਭੁੱਲ ਜਾਂਦੀ ਹੈ ਨਾ, ਉਦੋਂ ਆਪਣੇ ਆਪ 'ਚ ਹੀ ਰੱਬ ਬਣ ਕੇ ਬਹਿ ਜਾਂਦਾ, ਫਿਰ ਮਨ ਮਰਜ਼ੀਆਂ ਕਰਨ ਲੱਗ ਪੈਂਦਾ। ਬਣ ਤਾਂ ਨਹੀਂ ਸਕਦਾ, ਪਰ ਇਹਨੂੰ ਭਰਮ ਜਿਹਾ ਪੈ ਜਾਂਦਾ, ਭੁਲੇਖਾ ਜਿਹਾ ਪੈ ਜਾਂਦਾ। ਇਸ ਕਰਕੇ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਆਖਿਆ ਵੀ ਬੰਦਿਆ, ਜਿੱਥੇ ਤੂੰ ਪਰਮੇਸ਼ਰ ਨੂੰ ਚੇਤੇ ਕਰਨਾ ਵਾ, ਉੱਥੇ ਮੌਤ ਨੂੰ ਵੀ ਚੇਤੇ ਕਰਿਆ ਕਰ, ਮੌਤ ਨੂੰ ਵੀ ਭੁਲਾਇਆ ਨਾ ਕਰ। ਬਹੁਤ ਵਾਰੀ ਮਹਾਰਾਜ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਮਰਨਾ ਯਾਦ ਕਰਾਇਆ। ਜਿਵੇਂ ਮਲਾਰ ਰਾਗ ਦਾ ਪਹਿਲਾ ਸ਼ਬਦ ਹੈ, ਸਤਿਗੁਰੂ ਕਹਿੰਦੇ ਵੀ ਜੀਵਾਂ ਨੂੰ ਮਰਨਾ ਭੁੱਲ ਗਿਆ। ਖਾਣਾ ਪੀਣਾ ਹੱਸਣਾ ਸੌਣਾ ਇਹ ਤਾਂ ਚੇਤੇ ਆ, ਪਰ ਭੁੱਲ ਗਿਆ ਤੇ ਮਰਨਾ ਭੁੱਲ ਗਿਆ। ਕੱਲਾ ਮਰਨਾ ਹੀ ਨਹੀਂ ਭੁੱਲਿਆ, ਜਿਹਨੇ ਮਰਨਾ ਬਣਾਇਆ ਉਹ ਵੀ ਭੁੱਲ ਗਿਆ ਨਾਲ ਹੀ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਮਾਲਕ ਵੀ ਭੁਲਾ ਦਿੱਤਾ, ਇੱਕ ਖੁਆਰੀ ਕੀਤੀ, ਖਰਾਬੀ ਕੀਤੀ ਜੀਵਾਂ ਨੇ। ਸਤਿਗੁਰੂ ਕਹਿੰਦੇ ਤਰਕਾਰ ਐਸੇ ਜੀਵਾਂ ਨੂੰ, ਰਹਿਣਾ ਤੇ ਹੈ ਨਹੀਂ ਸੰਸਾਰ ਦੇ ਵਿੱਚ। ਪ੍ਰਾਣੀ ਇੱਕੋ ਨਾਮ ਧਿਆਵੋ, ਆਪਣੀ ਪੱਤ ਸੇਤੀ ਘਰ ਜਾਵੋ। ਇੱਕ ਪ੍ਰਭੂ ਦੇ ਨਾਮ ਨੂੰ ਧਿਆਓ, ਜਿਸ ਕਰਕੇ ਇੱਜ਼ਤ ਨਾਲ ਜਾਓਗੇ। ਹਰਨਾਕਸ਼ ਨੂੰ ਮਰਨਾ ਭੁੱਲਿਆ, ਉਹਨੇ ਕਿਹਾ ਮੈਂ ਤੇ ਮਰਨਾ ਨਹੀਂ, ਤੇ ਜਿਹੜਾ ਮਰੇ ਨਾ ਉਹ ਰੱਬ ਹੁੰਦਾ, ਇਸ ਕਰਕੇ ਮੈਂ ਤਾਂ ਰੱਬ ਵਾਂ। ਤੇ ਲੋਕ ਰੱਬ ਦਾ ਨਾਮ ਜਪਦੇ, ਇਸ ਕਰਕੇ ਮੇਰਾ ਨਾਮ ਜਪਣ। ਆਪਣਾ ਨਾਮ ਜਪਾਉਣ ਲੱਗ ਪਿਆ। ਮੁਲਤਾਨ ਦਾ ਰਾਜਾ ਹਰਨਾਕਸ਼ ਆਪਣੇ ਨਾਮ ਦੀ ਆਰਾਧਨਾ ਕਰਾਉਂਦਾ, ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਹੁਣ ਜਪੋ, ਜਲੇ ਹਰਨਾਕਸ਼, ਥਲੇ ਹਰਨਾਕਸ਼, ਹੈ ਵੀ ਹਰਨਾਕਸ਼, ਹੋਸੀ ਵੀ ਹਰਨਾਕਸ਼। ਲੋਕਾਂ ਡਰਦਿਆਂ ਨਹੀਂ ਜਪਣਾ ਹੀ ਸੀ, ਡਰਦਾ ਬੰਦਾ ਕੀ ਨਹੀਂ ਕਰਦਾ। ਰਾਜਾ ਹੈ, ਸਜ਼ਾ ਦੇਵੇਗਾ, ਮਾਰੇ ਕੁੱਟੇਗਾ। ਲੋਕ ਉਹਦਾ ਨਾਮ ਜਪਣ ਲੱਗ ਪਏ ਡਰਦੇ ਹੋਏ। ਪਰਮੇਸ਼ਰ ਵਾਹਿਗੁਰੂ ਜੀ ਨੇ ਵੇਖਿਆ ਵੀ ਇਹ ਹਰਨਾਕਸ਼, ਇਹਨੂੰ ਵਰਦਾਨ ਤਾਂ ਮਿਲ ਗਏ ਪਰ ਇਹ ਹੰਕਾਰੀ ਹੋ ਗਿਆ। ਤਪ ਤਾਂ ਇਹਨੇ ਕੀਤਾ, ਵਰਦਾਨ ਲੈ ਕਰਕੇ ਹੰਕਾਰੀ ਹੋ ਗਿਆ, ਤੇ ਹੰਕਾਰ ਪਰਮੇਸ਼ਰ ਨੂੰ ਭਾਉਂਦਾ ਨਹੀਂ। ਵਾਹਿਗੁਰੂ ਨੂੰ ਹੰਕਾਰ ਨਹੀਂ ਭਾਉਂਦਾ। ਹਰ ਜੂ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਵੇਦ ਵੀ ਕੂਕ ਕੇ ਸੁਣਾਉਂਦੇ ਆ ਵੀ ਹਰੀ ਜੀ ਨੂੰ, ਪਰਮੇਸ਼ਰ ਜੀ ਨੂੰ ਹੰਕਾਰ ਨਹੀਂ ਭਾਉਂਦਾ। ਫਿਰ ਇਹਦੇ ਘਰ ਵਿੱਚ ਆਪਣਾ ਭਗਤ ਪੈਦਾ ਕੀਤਾ ਪਰਮੇਸ਼ਰ ਨੇ। ਹਰਨਾਕਸ਼ ਦੇ ਘਰ ਦੇ ਵਿੱਚ ਆਪਣੇ ਭਗਤ ਨੂੰ ਭੇਜ ਦਿੱਤਾ। ਉਹ ਪਰਮੇਸ਼ਰ ਦੀ ਅਚਰਜ ਕਥਾ ਹੈ, ਉਹ ਜੋ ਕੁਝ ਮਰਜ਼ੀ ਕਰ ਸਕਦੇ। ਉਂਝ ਸੁਭਾਵਕ ਤਾਂ ਐਸਾ ਸਾਧ ਸੰਗਤ ਜੀ ਉਪਦੇਸ਼ ਹੈ ਧਰਮ ਗ੍ਰੰਥਾਂ ਦੇ ਵਿੱਚ। ਨਿਯਮ ਇਹੀ ਹੈ ਸੰਸਾਰ ਦਾ ਕਿ ਮਾਤਾ ਪਿਤਾ ਦਾ ਉੱਚਾ ਸੁੱਚਾ ਜੀਵਨ ਹੋਵੇ, ਸੰਤਾਨ ਦਾ ਉੱਚਾ ਸੁੱਚਾ ਜੀਵਨ ਹੁੰਦਾ ਹੈ। ਮਾਤਾ ਪਿਤਾ ਤੋਂ ਬੱਚੇ ਸਿੱਖਿਆ ਲੈਂਦੇ। ਨਿਯਮ ਤਾਂ ਇਹੀ ਹੈ। ਗ੍ਰੰਥਾਂ 'ਚ ਲਿਖਿਆ ਹੈ ਕਿ ਸਭ ਤੋਂ ਪਹਿਲੀ ਜਿਹੜੀ ਸਿੱਖਿਆ ਦਾਤੀ ਉਹ ਮਾਤਾ ਹੈ ਬੱਚੇ ਦੀ। ਸਭ ਤੋਂ ਪਹਿਲਾਂ ਮਾਂ ਪਿਓ ਤੋਂ ਸਿੱਖਿਆ ਲੈਣੀ ਬੱਚਿਆਂ। ਮਾਤਾ ਪਿਤਾ ਦੇ ਉੱਚੇ ਸੁੱਚੇ ਜੀਵਨ ਦਾ ਬੱਚਿਆਂ ਦੇ ਉੱਤੇ ਅਸਰ ਹੁੰਦਾ। ਮਹਾਰਾਜ ਸਾਹਿਬ ਜੀ ਨੇ ਬਾਣੀ ਵਿੱਚ ਵੀ ਇਹ ਬਚਨ ਫਰਮਾਏ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਨਾਮ ਨਹੀਂ ਵਸਿਆ ਪੁੱਤਰ ਦੇ ਹਿਰਦੇ ਵਿੱਚ ਤੇ ਉਲਾਮਾ ਮਾਂ ਨੂੰ ਦਿੱਤਾ ਜਾ ਰਿਹਾ ਕਿ ਉਸ ਬੱਚੇ ਦੀ ਮਾਤਾ ਬਾਂਝ ਹੀ ਰਹਿ ਜਾਂਦੀ, ਉਸ ਨੂੰ ਜਨਮ ਹੀ ਨਾ ਦਿੰਦੀ, ਕਿਉਂਕਿ ਪੁੱਤਰ ਦੇ ਹਿਰਦੇ ਵਿੱਚ ਨਾਮ ਨਹੀਂ ਵਸਿਆ। ਇਹਦਾ ਭਾਵ ਇਹ ਹੋਇਆ ਵੀ ਮਾਤਾ ਪਿਤਾ ਦੀ ਵੀ ਜ਼ਿੰਮੇਵਾਰੀ ਹੈ ਸੰਸਾਰੀ ਤੌਰ ਤੇ ਆਪਣੇ ਬੱਚਿਆਂ ਨੂੰ ਨਾਮ ਨਾਲ ਜੋੜਨ ਦੀ, ਪ੍ਰਭੂ ਨਾਲ ਜੋੜਨ ਦੀ, ਸਿੱਖੀ ਨਾਲ ਜੋੜਨ ਦੀ। ਪਰ
ਕਿਤੇ ਕਿਤੇ ਅਸਚਰਜ ਕੌਤਕ ਵੀ ਵਰਤਾਉਂਦੇ ਆ ਪਰਮੇਸ਼ਰ ਜੀ। ਕਿਤੇ ਕਿਤੇ ਜਿਹੜੇ ਨਿਯਮ ਬਣਾਏ ਆ ਨਾ, ਇਹਨਾਂ ਨਿਯਮਾਂ ਤੋਂ ਅਲੱਗਾ ਵੀ ਕੌਤਕ ਵਰਤਾ ਦਿੰਦੇ ਆ। ਜਿੱਥੇ ਮਾਤਾ ਪਿਤਾ ਦਾ ਉੱਚਾ ਸੁੱਚਾ ਜੀਵਨ ਨਹੀਂ ਭਾਵੇਂ, ਪਰ ਉਹਨਾਂ ਦੇ ਘਰ ਵਿੱਚ ਵੀ ਆਪਣਾ ਸੰਤ, ਆਪਣਾ ਭਗਤ, ਆਪਣਾ ਗੁਰਮੁਖ ਮਹਾਂਪੁਰਖ ਪੈਦਾ ਕਰ ਦਿੰਦੇ। ਉਹ ਕਿਤੇ ਕਿਤੇ ਵਰਤਾਰਾ ਵਰਤਾਉਂਦੇ, ਹਰ ਇੱਕ ਥਾਂ ਤੇ ਨਹੀਂ। ਨਿਯਮ ਇਹੀ ਆ ਵੀ ਮਾਤਾ ਪਿਤਾ ਦਾ ਚੰਗਾ ਜੀਵਨ ਹੋਵੇ, ਉਹ ਆਪਣੇ ਬੱਚਿਆਂ ਨੂੰ ਵੀ ਚੰਗੇ ਪਾਸੇ ਪ੍ਰੇਰਨ, ਧਰਮ ਵਾਲੇ ਪਾਸੇ ਪ੍ਰੇਰਨ। ਪਰ ਹਰਨਾਕਸ਼ ਨੂੰ ਬਾਣੀ ਦੇ ਵਿੱਚ ਦੁਸ਼ਟ ਆਖਿਆ ਹੈ, ਉਹਦੇ ਪੁੱਤਰ ਨੂੰ ਭਗਤ ਆਖਿਆ ਹੈ। ਦੁਸ਼ਟ ਦੇ ਘਰ ਦੇ ਵਿੱਚ ਭਗਤ ਪੈਦਾ ਕੀਤਾ ਕਰਤਾਰ ਨੇ। ਮਹਾਰਾਜ ਕਹਿੰਦੇ ਇਸ ਕਰਕੇ ਭਾਈ ਪ੍ਰਭੂ ਦੀ ਲੀਲਾ ਅਸਚਰਜ ਹੈ। ਜੇ ਉਹ ਚਾਹਵੇ ਤੇ ਦੁਸ਼ਟ ਦੇ ਘਰ ਵਿੱਚ ਵੀ ਭਗਤ ਪੈਦਾ ਕਰ ਦਿੰਦਾ, ਮਨਮੁੱਖਾਂ ਦੇ ਘਰ ਵਿੱਚ ਵੀ ਗੁਰਮੁਖ ਪੈਦਾ ਕਰ ਦਿੰਦਾ। ਪਰਮੇਸ਼ਰ ਦੀ ਐਸੀ ਲੀਲਾ ਹੈ। ਉੱਥੇ ਫਿਰ ਸੰਸਾਰ ਹੈਰਾਨ ਹੋ ਜਾਂਦਾ। ਸੰਸਾਰ ਦੇ ਲੋਕ ਕਹਿੰਦੇ ਵੀ ਇਹਦਾ ਪਿਤਾ ਤੇ ਨਾਮ ਨਹੀਂ ਸੀ ਜਪਦਾ, ਇਹਦੀ ਮਾਤਾ ਤੇ ਨਾਮ ਨਹੀਂ ਸੀ ਜਪਦੀ, ਇਹਦਾ ਮਾਂ ਪਿਓ ਤੇ ਸਿੱਖ ਨਹੀਂ ਸੀ, ਪਰ ਇਹਨੇ ਬੜੀ ਸਿੱਖੀ ਦੇ ਵਿੱਚ ਪ੍ਰਪੱਕਤਾ ਧਾਰੀ ਹੈ। ਉਹ ਪਰਮੇਸ਼ਰ ਆਪਣੀ ਕਲਾ ਵਰਤਾਉਂਦੇ ਉੱਥੇ। ਉਹ ਜਿਹਨੂੰ ਮਰਜ਼ੀ ਸਾਧ ਸੰਗਤ ਜੀ ਆਪਣਾ ਸੇਵਕ ਬਣਾ ਲੈਣ, ਵਾਹਿਗੁਰੂ ਦੇ ਵੱਸ ਵਿੱਚ ਹੈ। ਹਰਨਾਕਸ਼ ਦੇ ਘਰ ਦੇ ਵਿੱਚ ਆਪਣਾ ਭਗਤ ਪੈਦਾ ਕੀਤਾ ਪਰਮੇਸ਼ਰ ਨੇ, ਵਾਹਿਗੁਰੂ ਜੀ ਨੇ। ਤੇ ਜਿਉਂ ਹੋਸ਼ ਸੰਭਾਲੀ ਆ, ਪ੍ਰਹਿਲਾਦ ਜੀ ਬੋਲਣ ਲੱਗੇ ਆ ਤੇ ਉਦੋਂ ਤੋਂ ਹੀ ਪ੍ਰਭੂ ਦਾ ਨਾਮ ਜਪਣ ਲੱਗ ਪਏ। ਰਾਮ 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 ਰਾਮ, ਜੋ ਸਾਰੇ ਰਮਿਆ ਹੋਇਆ, ਸਰਬ ਵਿਆਪਕ ਪਰਮੇਸ਼ਰ ਦਾ ਨਾਮ ਜਪਦੇ। ਬਹੁਤ ਯਤਨ ਕੀਤਾ ਪਿਤਾ ਹਰਨਾਕਸ਼ ਨੇ ਕਿ ਪ੍ਰਹਿਲਾਦ ਨੂੰ ਆਪਣਾ ਨਾਮ ਜਪਾਇਆ ਜਾਵੇ। ਇਹ ਰਾਮ ਨਾ ਜਪੇ, ਇਹ ਪ੍ਰਭੂ ਦਾ ਨਾਮ ਨਾ ਜਪੇ। ਫਿਰ ਜਦੋਂ 5 ਕੁ ਵਰ੍ਹਿਆਂ ਦਾ ਹੋਇਆ ਪ੍ਰਹਿਲਾਦ, ਤੇ ਉਹਨੂੰ ਪਾਠਸ਼ਾਲਾ ਵਿੱਚ ਪੜ੍ਹਨੇ ਭੇਜਿਆ। ਪੜ੍ਹਾਉਣ ਵਾਲਿਆਂ ਦਾ ਨਾਮ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ। ਇੱਕ ਦਾ ਨਾਂ ਸੰਡਾ ਤੇ ਦੂਜੇ ਦਾ ਨਾਂ ਸੀ ਮਰਕਾ। ਜੋ ਪ੍ਰਹਿਲਾਦ ਦੇ ਪੜ੍ਹਾਉਣ ਵਾਲੇ ਮਾਸਟਰ ਸਨ, ਟੀਚਰ, ਸੰਡਾ ਤੇ ਮਰਕਾ। ਉਹਨਾਂ ਨੇ ਯਤਨ ਕੀਤਾ ਵੀ ਹਰਨਾਕਸ਼ ਦਾ ਨਾਮ ਜਪਾਇਆ ਜਾਵੇ ਪ੍ਰਹਿਲਾਦ ਨੂੰ, ਪਰ ਪ੍ਰਹਿਲਾਦ ਨੇ ਆਖਿਆ ਤੁਸੀਂ ਇਹ ਗਲਤ ਕਰਦੇ ਜੇ ਕੰਮ। ਮੇਰੇ ਪਿਤਾ ਦਾ ਨਾਮ ਕਿਉਂ ਜਪਾਉਂਦੇ ਹੋ ਸਾਰੇ ਵਿਦਿਆਰਥੀਆਂ ਨੂੰ, ਸਾਰੇ ਬੱਚਿਆਂ ਨੂੰ? ਤੁਸੀਂ ਰਾਮ ਦਾ ਨਾਮ ਜਪਾਓ, ਪ੍ਰਭੂ ਦਾ ਨਾਮ ਜਪਾਓ, ਪਰਮੇਸ਼ਰ ਅਕਾਲ ਪੁਰਖ ਦਾ। ਤੁਸੀਂ ਮੇਰੇ ਪਿਤਾ ਦਾ ਨਾਮ ਕਿਉਂ ਜਪਾਉਂਦੇ ਹੋ? ਡਰਦੇ ਹੋਏ ਉਹਦੇ ਤੋਂ? ਮੇਰਾ ਪਿਤਾ ਉਹ ਰਾਜਾ ਤਾਂ ਹੈ ਇਸ ਇਲਾਕੇ ਦਾ, ਤੇ ਮੇਰੇ ਪਿਤਾ ਜੀ ਹਨ ਤੇ ਮੈਂ ਉਹਨਾਂ ਦਾ ਸਤਿਕਾਰ ਕਰਦਾ, ਪਰ ਉਹ ਰਾਮ ਤਾਂ ਨਹੀਂ। ਤੁਸੀਂ ਕਹਿੰਦੇ ਹੋ ਜਲੇ ਹਰਨਾਕਸ਼ ਥਲੇ ਹਰਨਾਕਸ਼, ਹੈ ਵੀ ਹਰਨਾਕਸ਼ ਹੋਸੇ ਵੀ ਹਰਨਾਕਸ਼। ਇਹ ਗਲਤ ਕਹਿੰਦੇ ਹੋ ਤੁਸੀਂ। 5 ਸਾਲਾਂ ਦਾ ਪ੍ਰਹਿਲਾਦ ਉਹ ਪੜ੍ਹਾਉਣ ਵਾਲਿਆਂ ਨੂੰ ਕਹਿੰਦਾ ਤੁਸੀਂ ਗਲਤ ਕਰਦੇ ਹੋ। ਜਿੰਨੇ ਬੱਚੇ ਕਲਾਸ ਵਾਲੇ ਸੀ ਉਹਨਾਂ ਸਾਰਿਆਂ ਨੂੰ ਕਹਿੰਦਾ ਇਹ ਨਾ ਜਪੋ ਤੁਸੀਂ, ਤੁਹਾਡੀ ਕਲਿਆਣ ਤਾਂ ਹੋਵੇਗੀ ਜੇ ਤੁਸੀਂ ਆਖੋਗੇ ਰਾਮ ਰਾਮ। ਰਾਮ ਵੀ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦੇ ਅਨੇਕਾਂ ਨਾਮਾਂ ਦੇ ਵਿੱਚੋਂ ਇੱਕ ਉਹਦਾ ਰਾਮ ਵੀ ਨਾਮ ਹੈ, ਰਮਿਆ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਮ ਨਾਮ ਵੀ ਅਨੇਕਾਂ ਵਾਰੀਆਂ ਆਇਆ। ਸਰਬ ਵਿਆਪਕ ਹੋਣ ਕਰਕੇ ਉਸ ਨੂੰ ਰਾਮ ਆਖਿਆ ਭਗਤਾਂ ਨੇ। ਜਿਵੇਂ ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਆ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਿਕਾਈ। ਜਿਨ੍ਹਾਂ ਨੇ ਰਾਮ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਉਹ ਬਹੁਤ ਭਾਵੇਂ ਵੱਡੇ ਵੱਡੇ ਵੀ ਹੋਏ ਸੰਸਾਰ ਵਿੱਚ, ਉਹ ਡੁੱਬ ਗਏ। ਸੰਸਾਰ ਸਾਗਰ ਦੇ ਵਿੱਚ ਉਹਨਾਂ ਨੇ ਗੋਤੇ ਖਾਧੇ, ਡੁੱਬ ਗਏ ਸੰਸਾਰ ਸਮੁੰਦਰ ਦੇ ਵਿੱਚ। ਪ੍ਰਭੂ ਦੇ ਅਨੇਕਾਂ ਨਾਮ, ਜਿਵੇਂ 5ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਆ ਰਾਮ ਕਲੀ ਰਾਗ ਦੇ ਅੰਦਰ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਹੈ ਇੱਕੋ ਹੀ ਉਹਦੇ ਨਾਮ ਅਨੇਕਾਂ।
ਗੁਣ ਬੇਅੰਤ ਤੇਰੇ ਨਾਮ ਅਨੇਕਾ ਅਨੇਕਾਂ ਨਾਮ, ਰੂਪ ਅਨੰਤਾ ਕਹਿਣ ਨਾ ਜਾਹੀ ਤੇਰੇ ਗੁਣ ਕੇਤੇ। ਉਸ ਵੇਲੇ ਸਾਰੇ ਬੱਚਿਆਂ ਨੂੰ ਆਖਿਆ ਤੁਸੀਂ ਵੀ ਮੇਰੇ ਪਿੱਛੇ ਪਿੱਛੇ ਰਾਮ ਰਾਮ ਬੋਲੋ। ਉਹ ਵੀ ਸਾਰੇ ਰਾਮ ਰਾਮ ਬੋਲਦੇ। ਪੜ੍ਹਾਉਣ ਵਾਲਿਆਂ ਨੇ ਜਾ ਕੇ ਹਰਨਾਕਸ਼ ਦੇ ਕੋਲੇ ਇਹ ਗੱਲ ਕਹੀ ਕਿ ਤੁਹਾਡਾ ਪੁੱਤਰ ਪ੍ਰਹਿਲਾਦ ਆਪ ਵੀ ਵਿਗੜ ਗਿਆ ਤੇ ਉਹਨੇ ਸਾਰੇ ਬੱਚੇ ਵੀ ਵਿਗਾੜ ਦਿੱਤੇ। ਜਿਹੜੇ ਆਪ ਵਿਗੜੇ ਹੋਏ ਆ ਉਹ ਸੁਧਰੇ ਹੋਏ ਨੂੰ ਕਹਿੰਦੇ ਉਹ ਵਿਗੜ ਗਿਆ। ਵਿਗੜੇ ਤੇ ਆਪ ਹੋਏ ਸੀ। ਹਰਨਾਕਸ਼ ਵਿਗੜਿਆ, ਪੜ੍ਹਾਉਣ ਵਾਲੇ ਵਿਗੜੇ, ਉਹ ਹਰਨਾਕਸ਼ ਦਾ ਨਾਮ ਜਪਾਉਂਦੇ ਸੀ। ਪਰ ਉਹਨਾਂ ਜਾ ਕੇ ਹਰਨਾਕਸ਼ ਨੂੰ ਆਖਿਆ ਪ੍ਰਹਿਲਾਦ ਆਪ ਹੀ ਵਿਗੜਿਆ, ਸਭ ਚਾਚੜੇ ਵਿਗਾੜੇ। ਉਹਨੇ ਸਾਰੇ ਬੱਚੇ ਵਿਗਾੜ ਦਿੱਤੇ, ਸਾਰੇ ਸਕੂਲ ਨੂੰ ਹੀ। ਉਹ ਆਪ ਵੀ ਰਾਮ ਰਾਮ ਜਪਦਾ, ਬਾਕੀਆਂ ਨੂੰ ਵੀ ਰਾਮ ਰਾਮ ਜਪਾਉਂਦਾ। ਫਿਰ ਹਰਨਾਕਸ਼ ਨੇ ਕਿਹੜਾ ਯਤਨ ਜਿਹੜਾ ਨਹੀਂ ਕੀਤਾ ਆਪਣੇ ਪੁੱਤਰ ਪ੍ਰਹਿਲਾਦ ਨੂੰ ਮਾਰਨ ਵਾਸਤੇ। ਪਹਿਲਾਂ ਤਸੀਹੇ ਦਿੱਤੇ ਵੀ ਇਹ ਮੇਰਾ ਨਾਮ ਜਪੇ। ਜਦੋਂ ਨਾ ਹੀ ਮੰਨਿਆ ਪ੍ਰਹਿਲਾਦ ਤੇ ਫਿਰ ਉਹਨੇ ਆਖਿਆ ਮੈਨੂੰ ਜਿਉਂਦਾ ਹੀ ਨਹੀਂ ਛੱਡਣਾ, ਮਾਰ ਦੇਣਾ। ਭੁੱਖੇ ਧਿਆਏ ਨੂੰ ਕੋਠੇ ਵਿੱਚ ਰੱਖ ਕੇ ਬਾਹਰੋਂ ਜਿੰਦਰਾ ਮਾਰ ਦਿੱਤਾ। ਜਦੋਂ ਭੁੱਖਾ ਧਿਆਇਆ ਅੰਦਰ ਬੈਠਾ ਰਹੇਗਾ, ਇਹਨੂੰ ਭੁੱਖ ਲੱਗੇਗੀ, ਪਿਆਸ ਲੱਗੇਗੀ, ਫਿਰ ਤਾਂ ਇਹ ਮੇਰਾ ਨਾਂ ਜਪੇਗਾ ਹੀ ਨਾ। ਪਰ ਉਹ ਚੌਂਕੜਾ ਲਾ ਕੇ ਬੈਠਾ ਵਾ, ਭੁੱਖਾ ਧਿਆਇਆ ਵੀ ਰਾਮ ਰਾਮ ਹੀ ਜਪਦਾ। ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰਈ, ਮੇਰੇ ਅੰਤਰ ਗੁਰ ਗੋਪਾਲਾ। ਉਹ ਕਹਿੰਦਾ ਮੇਰੇ ਅੰਦਰ ਬੈਠਾ ਹੋਇਆ ਮੇਰੀ ਰੱਖਿਆ ਕਰਨ ਵਾਲਾ, ਜਿਹਨੇ ਮੇਰੀ ਰਾਖੀ ਕਰਨੀ ਆ ਉਹ ਮੇਰੇ ਅੰਦਰ ਬੈਠਾ ਹੋਇਆ। ਉਹ ਸਰਬ ਵਿਆਪਕ ਆ, ਬਾਹਰ ਵੀ ਹੈ ਤੇ ਅੰਦਰ ਵੀ ਹੈ। ਫਿਰ ਦਰਖਤ ਉੱਤੇ ਚੜਾ ਕੇ ਵੀ ਹੇਠਾਂ ਸੁੱਟਿਆ, ਪਹਾੜ ਤੋਂ ਵੀ ਥੱਲੇ ਰੇੜਿਆ, ਪਾਣੀ ਵਿੱਚ ਵੀ ਡੋਬਣ ਦਾ ਯਤਨ ਕੀਤਾ, ਅੱਗ ਵਿੱਚ ਸਾੜਨ ਦਾ ਯਤਨ ਕੀਤਾ। ਹਰਨਾਕਸ਼ ਦੀ ਭੈਣ ਸੀ ਹੋਲਕਾ, ਉਹਨੇ ਆਖਿਆ ਮੇਰੇ ਕੋਲੇ ਆ ਚਾਦਰ ਵਾ। ਜਿਵੇਂ ਹਰਨਾਕਸ਼ ਨੇ ਵਰ ਲਏ ਸੀ, ਇਸੇ ਤਰ੍ਹਾਂ ਹੋਲਕਾ ਨੂੰ ਵੀ ਚਾਦਰ ਮਿਲੀ ਸੀ। ਇਹ ਚਾਦਰ ਦੀ ਬੁੱਕਲ ਮਾਰ ਕੇ ਜੇ ਅੱਗ 'ਚ ਬਹਿ ਜਾਵੇ ਤੇ ਅੱਗ ਨਹੀਂ ਸਾੜੇਗੀ। ਉਹਨੇ ਕਿਹਾ ਮੈਂ ਲੈ ਕੇ ਬਹਿ ਜਾਂਦੀ ਆ ਪ੍ਰਹਿਲਾਦ ਨੂੰ ਅੱਗ ਵਿੱਚ, ਮੈਂ ਸੜਨਾ ਨਹੀਂ, ਇਹਨੇ ਸੜ ਜਾਣਾ, ਆਪੇ ਮਰ ਜੂਗਾ। ਨਹੀਂ ਆਖੇ ਲੱਗਦਾ। ਵੇਖੋ ਭੂਆ ਵੀ ਕੈਸੀ ਜ਼ਾਲਮ, ਪਿਤਾ ਵੀ ਕੈਸਾ ਜ਼ਾਲਮ, ਆਪਣੇ ਬੱਚੇ ਨੂੰ ਮਾਰ ਰਹੇ। ਜਿਹੜਾ ਸਿੱਧੇ ਰਾਹ ਤੁਰਿਆ ਹੋਇਆ ਉਹਨੂੰ ਪੁੱਠੇ ਰਸਤੇ ਪਾਉਣ ਵਾਸਤੇ ਕਿੰਨੇ ਯਤਨ ਕੀਤੇ। ਪਰ ਪਰਮੇਸ਼ਰ ਦੀ ਐਸੀ ਨੇਤ ਕਿ ਉਹ ਹੋਲਕਾਂ ਆਪ ਸੜ ਮਰੀ, ਪ੍ਰਹਿਲਾਦ ਫੇਰ ਬਚ ਗਿਆ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਵਿੱਚ ਇਹ ਸਾਰਾ ਵਰਣਨ ਕੀਤਾ। ਕਹਿੰਦੇ ਪਰਮੇਸ਼ਰ ਨੇ ਹਰਨਾਕਸ਼ ਦੇ ਘਰ ਦੇ ਵਿੱਚ ਪ੍ਰਹਿਲਾਦ ਭਗਤ ਨੂੰ ਇਸ ਤਰ੍ਹਾਂ ਪੈਦਾ ਕੀਤਾ ਜਿਵੇਂ ਕਲਰ ਵਾਲੀ ਜ਼ਮੀਨ ਦੇ ਵਿੱਚ ਕਵਲ ਫੁੱਲ ਪੈਦਾ ਹੋ ਜਾਵੇ। ਕਲਰ ਦੇ ਵਿੱਚ ਫਸਲ ਨਹੀਂ ਹੁੰਦੀ ਜਿੱਥੇ ਕਲਰ ਪਿਆ ਹੋਵੇ ਜ਼ਮੀਨ ਵਿੱਚ, ਕਵਲ ਫੁੱਲ ਨੇ ਤੇ ਹੋਣਾ ਹੀ ਕੀ ਉੱਥੇ। ਪਰ ਪਰਮੇਸ਼ਰ ਚਾਹਵੇ ਤੇ ਕਰਲਾਠੀ ਜ਼ਮੀਨ ਵਿੱਚ, ਕਲਰ ਵਾਲੀ ਜ਼ਮੀਨ ਵਿੱਚ ਵੀ ਕਵਲ ਫੁੱਲ ਪੈਦਾ ਕਰ ਦਿੰਦਾ ਹੈ। ਦੁਸ਼ਟ ਦੇ ਘਰ ਵਿੱਚ ਵੀ ਭਗਤ ਪੈਦਾ ਕਰ ਦਿੰਦਾ ਜੇ ਉਹ ਚਾਹਵੇ। ਘਰ ਹਰਨਾਕਸ਼ ਦੈਂਤ ਦੇ ਕਲਰ ਕਵਲ ਭਗਤ ਪ੍ਰਹਿਲਾਦ, ਪੜਨ ਪਠਾਇਆ 64 ਸਾਲ, ਪਾਂਦੇ ਚਿੱਤ ਹੋਆ ਅਹਿਲਾਦ, ਸਿਮਰੈ ਮਨ ਵਿੱਚ RAM ਨਾਮ, ਗਾਵੇ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ, ਪਾਂਦੇ ਹੋਏ ਰਹੇ ਬਿਸਮਾਦ, ਰਾਜੇ ਪਾਸ ਰੂ ਆਇਆ, ਦੋਖੀ ਦੈਂਤ ਵਧਾਇਆ ਵਾਦ, ਜਲ ਅਗਨੀ ਵਿੱਚ ਘੱਤਿਆ, ਜਲੇ ਨਾ ਡੁੱਬੈ ਗੁਰ ਪ੍ਰਸਾਦ, ਕੱਢ ਖੜਗ ਸੱਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ, ਥੰਮ ਪਾੜ ਪ੍ਰਗਟਿਆ, ਨਰ ਸਿੰਘ ਰੂਪ ਅਨੂਪ ਅਨਾਦ, ਬੇਮੁਖ ਪਕੜ ਪਛਾੜਿਆਨ, ਸੰਤ ਸਹਾਈ ਆਦ ਜੁਗਾਦ, ਜੈ ਜੈਕਾਰ ਕਰਨ ਬ੍ਰਹਮਾਦ। ਅਖੀਰ ਤਲਵਾਰ ਕੱਢ ਲਈ ਹਰਨਾਕਸ਼ ਨੇ, ਕਹਿੰਦਾ ਦੱਸ ਕਿੱਥੇ ਤੇਰਾ ਰਾਮ, ਹੁਣੇ ਤੇਰੀ ਧੌਣ ਧੜ ਨਾਲੋਂ ਵੱਖਰੀ ਕਰ ਦੇਣਾ। ਲੱਗਾ ਹੀ ਸੀ ਚਲਾਉਣ, ਉਸੇ ਵੇਲੇ ਥੰਮ ਪਾਟਾ ਹੈ ਮਹਿਲ ਦਾ, ਤੇ ਥੰਮ ਪਾੜ ਪ੍ਰਗਟਿਆ, ਥੰਮ ਦੇ ਵਿੱਚੋਂ ਪ੍ਰਗਟ ਹੋਇਆ। ਕਿਹੋ ਜਿਹਾ ਰੂਪ ਧਾਰਨ ਕੀਤਾ, ਨਰ ਸਿੰਘ ਰੂਪ ਅਨੂਪ ਅਨਾਪ, ਨਰ ਸਿੰਘ ਰੂਪ ਧਾਰਨ ਕੀਤਾ। ਨਰ ਕਹਿੰਦੇ ਆ ਮਨੁੱਖ ਨੂੰ, ਸਿੰਘ ਕਹਿੰਦੇ ਆ ਸ਼ੇਰ ਨੂੰ।
ਅੱਧਾ ਸਰੀਰ ਦਾ ਹਿੱਸਾ ਮਨੁੱਖ ਦਾ ਹੈ ਤੇ ਅੱਧਾ ਸਰੀਰ ਦਾ ਹਿੱਸਾ ਸ਼ੇਰ ਦਾ ਹੈ। ਧੜ ਸਾਰਾ ਮਨੁੱਖ ਵਾਲਾ ਹੈ, ਹੱਥ ਪੰਜੇ ਨੌਂਦਰਾਂ ਸ਼ੇਰ ਵਾਲੇ ਆ, ਚਿਹਰਾ ਸ਼ੇਰ ਵਾਲਾ ਹੈ। ਐਸਾ ਨਰ ਸਿੰਘ ਰੂਪ ਧਾਰਨ ਕੀਤਾ, ਥੰਮ ਦੇ ਵਿੱਚੋਂ ਪ੍ਰਗਟ ਹੋ ਗਏ। ਭਗਤ ਕਬੀਰ ਸਾਹਿਬ ਜੀ ਨੇ ਵੀ, ਗੁਰੂ ਸਾਹਿਬਾਂ ਨੇ ਵੀ ਅੰਮ੍ਰਿਤ ਬਾਣੀ ਵਿੱਚ ਕਈ ਸ਼ਬਦ ਆਏ ਆ ਜੋ ਇਹ ਭਗਤ ਪ੍ਰਹਿਲਾਦ ਜੀ ਦੀ ਗਾਥਾ ਦੇ ਸੰਬੰਧ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਫਰਮਾਇਆ, ਪ੍ਰਭ ਥੰਮ ਤੇ ਨਿਕਸੇ ਕੈ ਬਿਸਥਾਰ, 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 ਪ੍ਰਭ ਥੰਮ ਤੇ ਨਿਕਸੇ ਕੈ ਬਿਸਥਾਰ। ਹਰਨਾਕਸ ਛੇਦਿਓ ਨਖ ਬਿਦਾਰ, ਹਰਨਾਕਸ ਛੇਦਿਓ ਨਖ ਬਿਦਾਰ, ਹਰਨਾਕਸ਼ ਛੇਦਿਓ ਨਖ ਬਿਦਾਰ, ਹਰਨਾਕਸ਼ ਛੇਦਿਓ ਨਖ ਬਿਦਾਰ। ਓਏ ਪਰਮ ਪੁਰਖ ਦੇਵਾਧ ਦੇਵ, ਓਏ ਪਰਮ ਪੁਰਖ ਦੇਵਾਧ ਦੇਵ, ਓਏ ਪਰਮ ਪੁਰਖ ਦੇਵਾਦ ਦੇਵ, ਓਏ ਪਰਮ ਪੁਰਖ ਦੇਵਾਦ ਦੇਵ। ਭਗਤ ਹੇਤ ਨਰ ਸਿੰਘ ਭੇਵ, ਭਗਤ ਹੇਤ ਨਰ ਸਿੰਘ ਭੇਵ, ਭਗਤ ਹੇਵ ਨਰ ਸਿੰਘ ਭੇਵ, ਭਗਤ ਹੇਵ ਨਰ ਸਿੰਘ ਭੇਵ। ਭਗਤ ਹੇਤ ਨਰ ਸਿੰਘ ਭੇਵ, ਭਗਤ ਹੇਤ ਨਰ ਸਿੰਘ ਭੇਵ, ਭਗਤ ਹੇਤ ਨਰ ਸਿੰਘ ਭੇਵ, ਭਗਤ ਹੇਤ ਨਰ ਸਿੰਘ ਭੇਵ। ਭਗਤ ਦੇ ਹੇਤ, ਭਗਤ ਦੀ ਰੱਖਿਆ ਦੇ ਵਾਸਤੇ ਨਰ ਸਿੰਘ ਰੂਪ ਧਾਰਨ ਕੀਤਾ ਪਰਮੇਸ਼ਰ ਵਾਹਿਗੁਰੂ ਜੀ। ਫੜ ਲਿਆ ਰਨਾਕਸ਼ ਨੂੰ, ਹੁਣ ਕਦੀ ਫੜ ਲੈਂਦੇ ਆ ਤੇ ਕਦੀ ਛੱਡ ਲੈਂਦੇ। ਦਸਮ ਪਾਤਸ਼ਾਹ ਨੇ ਬੜੇ ਖੁਲਾਸੇ ਦੇ ਨਾਲ ਇਹ ਜ਼ਿਕਰ ਕੀਤਾ ਮਹਾਰਾਜ ਨੇ ਆਪਣੀ ਬਾਣੀ 'ਚ, ਇਹ ਗਾਥਾ ਦਾ। ਕਦੀ ਫੜ ਲੈਂਦੇ ਕਦੀ ਛੱਡ ਦਿੰਦੇ। ਇੰਨੇ ਨੂੰ ਫਿਰ ਸੂਰਜ ਅੱਧਾ ਕੁ ਡੁੱਬ ਗਿਆ, ਸੰਧਿਆ ਵੇਲਾ ਹੋ ਗਿਆ। ਫੜ ਕੇ ਤੇ ਦਲੀਜਾਂ 'ਚ ਲੈ ਗਏ ਦਰਵਾਜ਼ੇ ਦੇ ਵਿੱਚ, ਆਪਣੇ ਗੋਡਿਆਂ ਉੱਤੇ ਰੱਖ ਲਿਆ ਰਨਾਕਸ਼। ਕਹਿੰਦੇ ਦੱਸ ਰਨਾਕਸ਼, ਹੁਣ ਦਿਨ ਆ ਕੇ ਰਾਤ? ਹੁਣ ਨਾ ਦਿਨ ਸੀ ਨਾ ਰਾਤ ਸੀ, ਵਿਚਕਾਰਲਾ ਸਮਾਂ, ਜਿਹੜੇ ਸਮੇਂ ਰਹਿਰਾ ਸਾਹਿਬ ਦਾ ਪਾਠ ਆਰੰਭ ਹੁੰਦਾ ਵਾ ਤੇ ਹੁੰਦਾ ਵੀ ਇਸੇ ਸ਼ਬਦ ਨਾਲ ਸ਼ੁਰੂ ਹੈ। ਗੁਰੂ ਰਾਮਦਾਸ ਸਾਹਿਬ ਜੀ ਦੇ ਆਸਾ ਰਾਗ ਦੇ ਸ਼ੰਤ ਨਾਲ, ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਜਿਹੜੇ ਵੇਲੇ ਹਰਨਾਕਸ਼ ਨੂੰ ਮਾਰਿਆ ਸੀ ਨਾ, ਉਸੇ ਮੌਕੇ ਤੇ ਹੀ ਇਸ ਸ਼ਬਦ ਦੇ ਨਾਲ ਰਹਿਰਾ ਸਾਹਿਬ ਦੀ ਆਰੰਭਤਾ ਹੁੰਦੀ ਹੈ। ਉਸ ਸਮੇਂ ਹੀ ਮਾਰਿਆ ਸੀ। ਕਹਿੰਦੇ ਦੱਸ ਹਰਨਾਕਸ਼, ਹੁਣ ਦਿਨ ਕਿ ਰਾਤ? ਕਹਿੰਦਾ ਨਾ ਮਹਾਰਾਜ, ਦਿਨ ਤੇ ਨਾ ਰਾਤ। ਇਹ ਤੇ ਸ਼ਾਮਾਂ ਦਾ ਵੇਲਾ ਹੈ, ਵਿਚਕਾਰਲਾ ਸਮਾਂ। ਸੂਰਜ ਥੋੜਾ ਜਿਹਾ ਰਹਿੰਦਾ ਸੀ ਡੁੱਬਣ ਵਾਲਾ, ਡੁੱਬਣ ਦੀ ਤਿਆਰੀ, ਵਿਚਕਾਰਲਾ ਸਮਾਂ। ਤੇ ਪੁੱਛਦਿਆਂ ਨੂੰ ਉਹਨਾਂ ਵੀ ਡੁੱਬ ਜਾਣਾ ਸੀ। ਦੂਜਾ ਬਚਨ ਪੁੱਛਿਆ, ਕਹਿੰਦੇ ਹੁਣ ਤੂੰ ਅੰਦਰ ਹੈ ਕਿ ਬਾਹਰ? ਵਿਚਕਾਰ ਰੱਖਿਆ ਸੀ। ਕਹਿੰਦਾ ਨਾ ਅੰਦਰ ਤੇ ਨਾ ਬਾਹਰ। ਕਹਿੰਦੇ 4 ਵਾਰ ਤੇਰੇ ਪੂਰੇ ਹੋ ਗਏ। ਗੋਡਿਆਂ ਤੇ ਰੱਖਿਆ ਸੀ, ਨਾ ਹੱਥ ਥੱਲੇ ਲੱਗਣ ਦਿੱਤੇ ਨਾ ਪੈਰ ਥੱਲੇ ਲੱਗਣ ਦਿੱਤੇ। ਕਹਿੰਦੇ ਵੀ ਦੱਸ ਹੁਣ ਧਰਤੀ ਤੇ ਆ ਕਿ ਆਕਾਸ਼ 'ਚ? ਨਾ ਮਹਾਰਾਜ, ਧਰਤੀ ਤੇ ਨਾ ਆਕਾਸ਼ 'ਚ, ਵਿਚਕਾਏ ਰੱਖਿਆ। ਕਹਿੰਦੇ 6 ਪੂਰੇ ਹੋ ਗਏ। ਫਿਰ ਕਹਿੰਦੇ ਵੀ ਵੇਖ ਮੇਰੇ ਵੱਲੇ, ਮੈਂ 84 ਲੱਖ ਜੂਨ ਦੇ ਵਿੱਚੋਂ ਆ ਕਿ ਮਨੁੱਖ ਵਾਂ? 84 ਲੱਖ ਜੂਨ 'ਚੋਂ ਮਹਾਰਾਜ ਨਹੀਂ, ਤੁਸੀਂ ਇਹੋ ਜਿਹਾ ਮਨੁੱਖ ਦਾ ਸਰੀਰ ਵੀ ਨਹੀਂ, ਤੁਸੀਂ 84 ਲੱਖ ਜੂਨ ਵਿੱਚੋਂ ਵੀ ਨਹੀਂ। ਕਹਿੰਦੇ 7ਵਾਂ ਵੀ ਤੇਰਾ ਪੂਰਾ ਹੋ ਗਿਆ। ਤੂੰ ਆਖਿਆ ਸੀ ਨਾ ਵੀ 84 ਲੱਖ ਜੂਨ 'ਚੋਂ ਮੈਨੂੰ ਕੋਈ ਨਾ ਮਾਰ ਸਕੇ, ਮਨੁੱਖ ਵੀ ਨਾ ਮਾਰ ਸਕੇ ਮੈਨੂੰ, ਇਹ 7ਵਾਂ ਵਾਰ ਵੀ ਤੇਰਾ ਪੂਰਾ ਹੋ ਗਿਆ। ਤੇ 8ਵਾਂ ਵਾਰ ਤੇਰਾ ਇਹ ਸੀ ਅਖੀਰਲਾ ਵੀ ਮੈਂ ਕਿਸੇ ਹਥਿਆਰ ਨਾਲ ਨਾ ਮਰਾਂ। ਫਿਰ ਪੰਜਾ ਵਿਖਾਇਆ, ਪੰਜਾ
ਨੌਂਦਰਾਂ ਵਿਖਾਈਆਂ 9। ਕਹਿੰਦੇ ਆ 9 ਵੇਖ, ਆ 50 ਵੇਖ, ਇਹ ਹਥਿਆਰ ਵਾ, ਇਹ ਸ਼ਸਤਰ ਵਾ? ਕਹਿੰਦਾ ਨਹੀਂ ਮਹਾਰਾਜ, ਇਹ ਨਾ ਹਥਿਆਰ, ਇਹ ਨਹੀਂ ਕੋਈ ਸ਼ਸਤਰ, ਇਹ ਤੇ ਨੌਂਦਰਾਂ 50। ਕਹਿੰਦੇ ਤੇਰੇ 8 ਵਾਰ ਪੂਰੇ ਹੋ ਗਏ ਹੁਣ ਜਿਹੜੇ ਤੂੰ ਲਏ ਸੀ। ਵੇਖੋ ਕਿੰਨੀਆਂ ਮਰਜ਼ੀ ਬੰਦਾ ਚਲਾਕੀਆਂ ਕਰ ਲਵੇ, ਚੁਸਤੀਆਂ ਕਰ ਲਵੇ, ਰੱਬ ਦੇ ਅੱਗੇ ਸਿਆਣਪਾਂ ਨਹੀਂ ਚੱਲ ਸਕਦੀਆਂ ਇਹਦੀਆਂ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਉਂਕਿ ਸਮਝਦਾ ਨਹੀਂ ਵੀ ਮੈਂ ਕਿਰਤ ਵਾਂ, ਉਹ ਕਰਤਾ ਵਾ। ਤੇ ਕਰਤੇ ਉਹਨੇ ਪੈਦਾ ਕੀਤਾ, ਬੁੱਧੀ ਉਹਨੇ ਦਿੱਤੀ, ਦਿਮਾਗ ਉਹਨੇ ਦਿੱਤਾ, ਸਾਰਾ ਕੁਝ ਉਸੇ ਨੇ ਦਿੱਤਾ, ਤੇ ਉਹਦੇ ਨਾਲ ਹੀ ਟੱਕਰ ਲਾ ਕੇ ਬਹਿ ਜਾਂਦਾ। ਜਿਹਦਾ ਪੈਦਾ ਕੀਤਾ ਵਾ ਉਹਦੇ ਨਾਲ ਹੀ ਟੱਕਰ ਲਾ ਲੈਂਦਾ। ਉਹ 8ਵਾਂ ਵਾਰ ਵੀ ਪੂਰਾ ਕਰਕੇ ਤੇ 5 ਮਾਰਿਆ ਇਹਦੇ ਤੇ, ਸਾਰੀਆਂ ਅੰਦਰਾਂ ਬਾਹਰ ਕੱਢ ਦਿੱਤੀਆਂ ਰਣਾਕਸ਼ ਦੀਆਂ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਤੇ ਪ੍ਰਹਿਲਾਦ ਨੂੰ ਫਿਰ ਰਾਜ ਭਾਗ ਦਿੱਤਾ। ਤਾਂ ਇਸ ਤਰ੍ਹਾਂ ਇੱਕ ਵਾਰੀ ਨਹੀਂ, ਅਨੇਕਾਂ ਵਾਰੀ ਪ੍ਰਹਿਲਾਦ ਉਧਾਰੇ ਅਨਕ ਵਾਰ। ਮਹਾਰਾਜ ਕਹਿੰਦੇ ਅਨੇਕ ਵਾਰੀ ਮਹਾਰਾਜ ਸਾਹਿਬ ਜੀ ਨੇ ਆਪਣੇ ਭਗਤਾਂ ਦੀ ਰੱਖਿਆ ਕੀਤੀ ਹੈ। ਤੇ ਫਿਰ ਜਦੋਂ ਰੱਖਿਆ ਕਰਦੇ ਉਦੋਂ ਨਿਰਗੁਣ ਤੋਂ ਸਰਗੁਣ ਰੂਪ ਵਿੱਚ ਆ ਕੇ ਕਰਦੇ। ਜਿਨ੍ਹਾਂ 15 ਭਗਤਾਂ ਦੀ ਬਾਣੀ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ, ਉਹਨਾਂ ਭਗਤਾਂ ਦੀ ਵੀ ਪਰਮੇਸ਼ਰ ਨੇ ਰੱਖਿਆ ਕੀਤੀ, ਥਾਂ ਥਾਂ ਤੇ ਆ ਕੇ ਕੀਤੀ। ਭਗਤ ਕਬੀਰ ਸਾਹਿਬ ਜੀ ਦਾ ਵੇਖੋ ਜੱਗ ਸੰਪੂਰਨ ਕੀਤਾ। ਈਰਖਾਲੂ ਲੋਕਾਂ ਨੇ ਚਿੱਠੀਆਂ ਲਿਖ ਦਿੱਤੀਆਂ ਸੀ ਸਾਧੂਆਂ ਦੀਆਂ ਮੰਡਲੀਆਂ ਨੂੰ ਵੀ ਕਬੀਰ ਸਾਹਿਬ ਨੇ ਜੱਗ ਕਰਨਾ ਜੀ, ਆਓ। ਤੇ ਕਬੀਰ ਸਾਹਿਬ ਜੀ ਦੇ ਘਰ ਦੀ ਰੋਟੀ ਮਹਾਂ ਚੱਲਦੀ ਸੀ। ਉਹ ਵੀ ਕਈ ਵਾਰੀ ਮਾਤਾ ਗੁੱਸੇ ਹੋ ਜਾਂਦੀ ਵੀ ਕਬੀਰ ਤੂੰ ਤਾਣੀ ਉਣ ਕੇ ਜਿਹੜਾ ਖੇਸ ਤਿਆਰ ਕਰਦਾ ਵਾ ਉਹ ਵੇਚ ਕੇ ਸੌਦਾ ਪੱਤਾ ਲਿਆਉਣਾ ਹੁੰਦਾ, ਤੂੰ ਸਾਧੂਆਂ ਨੂੰ ਦੇ ਦੇਣਾ। ਮਾਤਾ ਝਗੜਦੀ ਰਹਿੰਦੀ ਹੁੰਦੀ ਸੀ। ਮਾਤਾ ਗੁੱਸੇ ਵਿੱਚ ਆ ਕੇ ਇੱਥੋਂ ਤੀਕ ਵੀ ਕਹਿ ਦਿੱਤਾ ਵੀ ਆ ਮਰਦਾ ਕਿਉਂ ਨਹੀਂ ਕਬੀਰ ਮੇਰਾ ਮੁੰਡਾ, ਇਹ ਕੁਝ ਵੀ ਕਹਿਤਾ ਸੀ ਮਾਂ ਨੇ। ਸੁਨੋ ਜਠਾਨੀ ਸੁਨੋ ਤੇ ਰਾਨੀ, ਅਚਰਜ ਏਕ ਭਇਓ, ਸਾਤ ਸੂਤ ਇਨ ਮੁੰਡੀਆਂ ਖੋਏ, ਮੁੰਡਿਆ ਕਿਉਂ ਨਾ ਮੋਇਓ। ਇਹ ਵੀ ਕਹਿ ਦਿੱਤਾ ਵਿਗੜ ਗਿਆ ਮੇਰਾ ਕਬੀਰ। ਵੇਖੋ ਭਗਤਾਂ ਨੂੰ ਕੀ ਕੁਝ ਝੱਲਣਾ ਪਿਆ। ਬਾਹਰੋਂ ਤੇ ਲੋਕਾਂ ਨੇ ਈਰਖਾ ਕਰਨੀ ਸੀ, ਬਾਹਰੋਂ ਤੇ ਨਫ਼ਰਤ ਕਰਨੀ ਸੀ, ਬਾਹਰੋਂ ਤੇ ਬੁਰਾ ਭਲਾ ਬੋਲਣਾ ਹੀ ਸੀ, ਘਰ ਵਾਲਿਆਂ ਨੇ ਤੰਗ ਕਰ ਛੱਡਿਆ। ਪ੍ਰਹਿਲਾਦ ਨੂੰ ਉਹਦੇ ਪਿਤਾ ਹਰਨਾਕਸ਼ ਨੇ ਤੇ ਕਬੀਰ ਸਾਹਿਬ ਦੀ ਮਾਤਾ ਨੇ। ਮਾਂ ਨੇ ਆਖਿਆ ਵਿਗੜ ਗਿਆ ਮੇਰਾ ਮੁੰਡਾ ਕਬੀਰ। ਕਬੀਰ ਸਾਹਿਬ ਨੇ ਵੀ ਆਖਿਆ ਮਾਂ ਤੂੰ ਠੀਕ ਹੀ ਕਹਿੰਦੀ, ਵਿਗੜ ਗਿਆ ਤੇਰਾ ਕਬੀਰ, ਵਿਗੜ ਗਿਆ ਵਾ। ਪਰ ਵਿਗੜਿਆ ਸੰਸਾਰੀਆਂ ਵਾਂਗੂ ਨਹੀਂ, ਲੋਕ ਹੋਰ ਤਰ੍ਹਾਂ ਵਿਗੜਦੇ। ਕੋਈ ਚੋਰੀ ਕਰਦਾ ਵਿਗੜਦਾ, ਕੋਈ ਜਾਰੀ ਕਰਦਾ ਵਿਗੜਦਾ, ਕੋਈ ਠੱਗੀ ਮਾਰਦਾ ਵਿਗੜਦਾ, ਕੋਈ ਨਸ਼ਿਆਂ ਵਿੱਚ ਲੱਗ ਕੇ ਜੀਵਨ ਬਰਬਾਦ ਕਰਦਾ, ਨਸ਼ਈ ਬਣ ਕੇ ਵਿਗੜਦਾ, ਕੋਈ ਕੁਸੰਗਤ ਕਰਕੇ ਵਿਗੜਦਾ। ਪਰ ਮਾਂ ਵਿਗੜਿਆ ਤੇ ਤੇਰਾ ਵੀ ਕਬੀਰ ਵਾ। ਪਰ ਕਬੀਰ ਵਿਗੜਿਆ ਉਸ ਤਰ੍ਹਾਂ ਨਹੀਂ, ਇਹ ਸੰਸਾਰ ਵੱਲੋਂ ਵਿਗੜ ਗਿਆ ਤੇ ਨਿਰੰਕਾਰ ਵੱਲੇ ਸੁਧਰ ਗਿਆ। ਫਿਰ ਉਸ ਵੇਲੇ ਸ਼ਬਦ ਵੀ ਉਚਾਰਿਆ ਸੀ, ਆਖਿਆ ਕਬੀਰ ਇਹ ਮਾਂ ਤੇਰਾ ਪੁੱਤ ਇਸ ਤਰ੍ਹਾਂ ਵਿਗੜਿਆ, ਗੰਗਾ ਕੈ ਸੰਗ ਸਲਤਾ ਬਿਗੜੀ, ਸੋ ਸਲਤਾ ਗੰਗਾ ਹੋਈ ਨਿਬਰੀ। ਜਿਵੇਂ ਗੰਗਾ ਦਾ ਸੰਗ ਕੀਤਾ ਜਿਸ ਨਦੀ ਨੇ, ਉਹ ਵਿਗੜ ਗਈ, ਉਹਦਾ ਆਪਣਾ ਰੂਪ ਨਹੀਂ ਰਹਿ ਗਿਆ ਪਹਿਲਾਂ, ਗੰਗਾ 'ਚ ਮਿਲ ਕੇ ਗੰਗਾ ਹੋ ਗਈ। ਇਸੇ ਤਰ੍ਹਾਂ ਤੇਰਾ ਕਬੀਰ ਵੀ ਰਾਮ ਨਾਲ ਮਿਲ ਕੇ ਰਾਮ ਦਾ ਰੂਪ ਹੋ ਗਿਆ। ਸੰਤਾਂ ਦਾ ਸੰਗ ਕਰਕੇ ਕਬੀਰ ਵਿਗੜਿਆ। ਲੋਕ ਵਿਗੜਦੇ ਕੁਸੰਗਤ ਕਰਕੇ, ਮਨਮੁਖਾਂ ਦਾ ਸੰਗ ਕਰਕੇ, ਨਸ਼ਈਆਂ ਵਿਸ਼ਈਆਂ ਦਾ ਸੰਗ ਕਰਕੇ। ਪਰ ਮਾਂ ਤੇਰਾ ਕਬੀਰ ਤੇ ਸੰਤਾਂ ਦਾ ਸੰਗ ਕਰਕੇ ਵਿਗੜਿਆ, ਸੰਸਾਰ ਵੱਲੋਂ ਵਿਗੜਿਆ, ਨਿਰੰਕਾਰ ਵੱਲੇ ਸੁਧਰਿਆ। ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮਹਿ ਹੋਏ ਨਿਬਰਿਓ। ਚੰਦਨ ਕੈ ਸੰਗ ਤਰਵਰ ਬਿਗੜਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਚੰਦਨ ਦਾ ਸੰਗ ਕੀਤਾ ਦਰਖਤਾਂ ਨੇ, ਉਹ ਦਰਖਤ ਵਿਗੜ ਗਏ ਪਰ ਉਹ ਚੰਦਨ ਦਾ ਰੂਪ ਹੋ ਗਏ। ਪਾਰਸ ਕੈ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਪਾਰਸ ਦਾ ਸੰਗ ਤਾਂਬੇ ਨੇ ਕਰ ਲਿਆ, ਤਾਂਬਾ ਤਾਂਬਾ ਨਾ ਰਹਿ ਗਿਆ ਮਾਂ, ਪਰ ਤਾਂਬਾ ਸੋਨਾ ਹੋ ਗਿਆ। ਵਿਗੜ ਤਾਂ ਗਿਆ ਪਰ ਜ਼ਿਆਦੀ ਕੀਮਤ ਵਾਲਾ ਹੋ ਗਿਆ, ਤਾਂਬੇ ਤੋਂ ਬਦਲ ਕੇ ਸੋਨਾ ਬਣ ਗਿਆ। ਪਾਰਸ ਕੈ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨਕਤ ਹੈ ਨਾ ਜਾਈ। ਕਹਿੰਦੇ ਕਬੀਰ ਵਿਗੜ ਗਿਆ ਪਰ ਸੱਚ ਦਾ ਰੂਪ ਹੋ ਗਿਆ, ਪ੍ਰਭੂ ਦਾ ਰੂਪ ਹੋ ਗਿਆ।
ਤੇ ਭਗਤ ਕਬੀਰ ਸਾਹਿਬ ਜੀ ਉਹ ਲੋਕਾਂ ਨੇ ਈਰਖਾ ਕੀਤੀ ਤੇ ਸਾਧੂਆਂ ਦੀ ਮੰਡਲੀ ਨੂੰ ਚਿੱਠੀਆਂ ਲਿਖ ਦਿੱਤੀਆਂ ਵੀ ਕਬੀਰ ਸਾਹਿਬ ਨੇ ਜੱਗ ਕਰਨਾ ਜੀ, ਬਹੁਤ ਵੱਡਾ ਭੰਡਾਰਾ ਕਰਨਾ, ਸਾਰੇ ਸਾਧੂ ਆਓ। ਉੱਤੇ ਕਬੀਰ ਸਾਹਿਬ ਵੱਲੋਂ ਲਿਖ ਦਿੱਤਾ ਈਰਖਾਲੂ ਲੋਕਾਂ ਨੇ ਵੀ ਜਦੋਂ ਸਾਧੂ ਘਰੇ ਆਉਣਗੇ, ਮੰਡਲੀਆਂ ਦੀਆਂ ਮੰਡਲੀਆਂ, ਜਥਿਆਂ ਦੇ ਜਥੇ, ਇਹਦੇ ਤੇ ਘਰ ਦੀ ਰੋਟੀ ਨਹੀਂ ਪੱਕਦੀ, ਤੇ ਜਦੋਂ ਖਾਲੀ ਮੁੜ ਕੇ ਜਾਣਗੇ ਤੇ ਬੇਇੱਜ਼ਤੀ ਹੋਵੇਗੀ ਕਬੀਰ ਸਾਹਿਬ ਦੀ, ਨਰਾਦਰੀ ਹੋਵੇਗੀ। ਲੋਕ ਇਹਦੀ ਨਿੰਦਿਆ ਕਰਨਗੇ ਵੀ ਸਾਧੂਆਂ ਨੂੰ ਘਰੇ ਸੱਦ ਕੇ ਤੇ ਕੁਝ ਸ਼ਿਕਾਇਆ ਨਹੀਂ ਇਹਨੇ। ਤੇ ਸਾਧੂਆਂ ਦੀਆਂ ਮੰਡਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਬੀਰ ਸਾਹਿਬ ਦੇ ਘਰ ਵੱਲ ਨੂੰ। ਤੇ ਕਬੀਰ ਸਾਹਿਬ ਜੀ ਜਾ ਰਹੇ ਸਨ ਰਸਤੇ ਤੇ ਬਾਹਰ ਨੂੰ, ਤੇ ਉਹਨਾਂ ਨੇ ਪਹਿਲੀ ਵਾਰੀ ਮਿਲਣਾ ਸੀ। ਜਦੋਂ ਪਤਾ ਲੱਗਾ ਵੀ ਇਹ ਮੰਡਲੀ ਕਿੱਧਰ ਨੂੰ ਜਾ ਰਹੀ ਹੈ, ਕਹਿੰਦੇ ਜੀ ਕਬੀਰ ਸਾਹਿਬ ਦੇ ਘਰੇ ਜਾ ਰਹੇ ਆ, ਉਹਨੇ ਜੱਗ ਕਰਨਾ ਹੈ, ਭੰਡਾਰਾ ਕਰਨਾ ਤੇ ਛਕਣ ਵਾਸਤੇ ਜਾ ਰਹੇ ਆ, ਸਾਨੂੰ ਸੱਦਿਆ। ਕਬੀਰ ਸਾਹਿਬ ਸੁਣ ਕੇ ਹੈਰਾਨ ਹੋਏ ਵੀ ਇਹ ਵੀ ਕਿਸੇ ਈਰਖਾਲੂਆਂ ਨੇ ਈਰਖਾ ਕੱਢੀ ਵੀ ਮੈਂ ਕਿੱਥੋਂ ਭੰਡਾਰਾ ਕਰਨਾ। ਜਾ ਕੇ ਝਾੜੀਆਂ ਦੇ ਵਿੱਚ ਚੌਂਕੜਾ ਲਾ ਲਿਆ ਤੇ ਆਰਾਧਨਾ ਕਰਨ ਲੱਗ ਪਏ। ਫਿਰ ਪਰਮੇਸ਼ਰ ਨੇ ਕਬੀਰ ਸਾਹਿਬ ਜੀ ਦਾ ਰੂਪ ਧਾਰਨ ਕਰਕੇ ਉਹਦੇ ਘਰੇ ਆ ਕਰਕੇ ਮਾਈ ਲੋਈ ਨੂੰ, ਘਰ ਵਾਲੀ ਨੂੰ ਨਾਲ ਲੈ ਕੇ ਪੰਗਤਾਂ ਲਵਾ ਕੇ ਸਾਰਿਆਂ ਦੇ ਹੱਥ ਸੁੱਚੇ ਕਰਾਏ ਤੇ ਤਰ੍ਹਾਂ ਤਰ੍ਹਾਂ ਦੇ ਫਿਰ ਮਠਿਆਈਆਂ ਅੰਦਰੋਂ ਕੱਢ ਕੱਢ ਕੇ ਪਰਮੇਸ਼ਰ ਨੇ ਉੱਥੇ ਵਰਤਾਈਆਂ। ਜੱਗ ਸੰਪੂਰਨ ਕੀਤਾ ਤੇ ਉਹ ਸਾਰੇ ਜਿੰਨੇ ਛਕ ਕੇ ਜਾਂਦੇ ਆ, ਨਾਲੇ ਉਹਨਾਂ ਨੂੰ ਵਸਤਰ ਵੀ ਦਿੱਤੇ, ਮਾਇਆ ਵੀ ਦਿੱਤੀ, ਤੇ ਉਹ ਤੁਰੇ ਜਾਂਦੇ ਆ ਤੇ ਕਹਿੰਦੇ ਜਾਂਦੇ ਧੰਨ ਕਬੀਰ, ਧੰਨ ਕਬੀਰ। ਕਹਿੰਦੇ ਭੰਡਾਰੇ ਤੇ ਬੜੇ ਅੱਗੇ ਵੀ ਵੇਖੇ ਆ, ਜੱਗ ਤੇ ਅੱਗੇ ਵੀ ਵੇਖੇ ਬੜੇ, ਪਰ ਜਿੰਨਾ ਵੱਡਾ ਜੱਗ ਕਬੀਰ ਸਾਹਿਬ ਨੇ ਕੀਤਾ ਇਸ ਤਰ੍ਹਾਂ ਦਾ ਨਹੀਂ ਕਿਸੇ ਨੇ ਕੀਤਾ। ਉਹ ਪਰਮੇਸ਼ਰ ਨੇ ਕਲਾ ਵਰਤਾਈ, ਆਪ ਜੱਗ ਸੰਪੂਰਨ ਕਰ ਦਿੱਤਾ। ਉਸ ਵੇਲੇ ਭਗਤ ਕਬੀਰ ਸਾਹਿਬ ਜੀ ਨੇ ਵੀ ਸੁਣਿਆ, ਉੱਥੇ ਝਾੜੀਆਂ ਵਿੱਚ ਬੈਠੇ ਹੋਏ ਆ, ਵਾਪਸ ਘਰੇ ਆਏ, ਉਹਨੇ ਚਿਰ ਨੂੰ ਸਾਰਾ ਕੁਝ ਹੋ ਚੁੱਕਾ ਸੀ, ਚਲੇ ਗਏ ਸਾਰੇ ਆਪੋ ਆਪਣੇ ਟਿਕਾਣੇ ਨੂੰ। ਪਰਮੇਸ਼ਰ ਜੀ ਵੀ ਕਲਾ ਵਰਤਾ ਕੇ ਅਲੋਪ ਹੋ ਗਏ। ਜਦੋਂ ਮਿਲੇ ਤੇ ਮਾਈ ਲੋਈ ਘਰ ਵਾਲੀ ਕਹਿੰਦੀ ਆ ਵੀ ਭਗਤ ਜੀ ਏਡਾ ਵੱਡਾ ਭੰਡਾਰਾ ਕਰਨਾ ਸੀ, ਇੰਨੇ ਪਦਾਰਥ ਲਿਆ ਕੇ ਰੱਖੇ ਸੀ, ਮੈਨੂੰ ਦੱਸਿਆ ਹੀ ਤੁਸੀਂ ਕੁਝ ਨਹੀਂ। ਕਹਿੰਦੇ ਮੈਂ ਕੀ ਕੀਤਾ? ਕਹਿੰਦੇ ਵੀ ਇੰਨੇ ਸਾਧੂਆਂ ਨੂੰ ਸੱਦ ਕੇ ਤੇ ਇੰਨੇ ਪਕਵਾਨ ਛਕਾਏ, ਇੰਨੀਆਂ ਮਠਿਆਈਆਂ, ਇੰਨੇ ਪਦਾਰਥ। ਫਿਰ ਸ਼ਲੋਕ ਉਚਾਰਿਆ ਭਗਤ ਜੀ ਨੇ ਪਰਮੇਸ਼ਰ ਦੇ ਪਿਆਰ ਵਿੱਚ, ਕਬੀਰ ਨਾ ਹਮ ਕੀਆ ਨਾ ਕਰਹਿਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਕਹਿੰਦੇ ਨਾ ਤਾਂ ਮੈਂ ਕੁਝ ਪਹਿਲਾਂ ਕੀਤਾ ਤੇ ਨਾ ਹੁਣ ਹੀ ਮੈਂ ਇਹਦੇ ਵਿੱਚ ਕਰਨ ਦੀ ਸਮਰੱਥਾ ਹੈ, ਨਾ ਕੁਝ ਮੈਂ ਕੀਤਾ ਤੇ ਨਾ ਮੈਂ ਕੁਝ ਕਰ ਹੀ ਸਕਦਾ, ਮੇਰੇ ਸਰੀਰ ਵਿੱਚ ਇੰਨਾ ਬਲ ਨਹੀਂ ਹੈ। ਪਤਾ ਨਹੀਂ ਕੀ ਪਰਮੇਸ਼ਰ ਨੇ ਕੀਤਾ ਵਾ, ਕਰ ਉਹਨੇ ਆਪੇ ਹੀ ਸਭ ਕੁਝ ਦਿੱਤਾ ਤੇ ਕਬੀਰ ਕਬੀਰ ਮੇਰੀ ਕਰਾ ਦਿੱਤੀ ਉਹਨੇ। ਲੋਕ ਮੈਨੂੰ ਕਹਿੰਦੇ ਜਾਂਦੇ ਧੰਨ ਕਬੀਰ, ਧੰਨ ਕਬੀਰ। ਕਬੀਰ ਨਾ ਹਮ ਕੀਆ ਨਾ ਕਰਹਿਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਕਹਿਣ ਤੋਂ ਭਾਵ ਇੰਨਾ ਵੀ ਪਰਮੇਸ਼ਰ ਨੇ ਆਪਣੇ ਭਗਤਾਂ ਦੇ ਪ੍ਰਤੱਖ ਰੂਪ ਵਿੱਚ ਕਾਰਜ ਪੂਰੇ ਕੀਤੇ, ਰੱਖਿਆ ਵੀ ਕੀਤੀ। ਭਗਤ ਕਬੀਰ ਸਾਹਿਬ ਨੂੰ ਈਰਖਾਲੂਆਂ ਨੇ ਬੰਨ੍ਹ ਕੇ ਨਾ ਜੰਜੀਰਾਂ ਦੇ ਵਿੱਚ ਤੇ ਗੰਗਾ 'ਚ ਸਟਵਾ ਦਿੱਤਾ ਸੀ, ਉੱਥੇ ਵੀ ਰੱਖਿਆ ਕੀਤੀ। ਭਗਤ ਜੀ ਨੇ ਆਪਣੇ ਸ਼ਬਦਾਂ 'ਚ ਉਚਾਰਿਆ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਨਾਮਦੇਵ ਸਾਹਿਬ ਜੀ ਦੀ ਵੀ ਰੱਖਿਆ, ਕਿੰਨੀ ਵਾਰੀ ਦਰਸ਼ਨ ਦਿੱਤੇ। ਫੇਰਦੀ ਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਜਿੰਨਿਆਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੈ, ਉਹਨਾਂ ਨੂੰ ਪ੍ਰਤੱਖ ਦਰਸ਼ਨ ਦੇ ਕਰਕੇ ਪ੍ਰਤੱਖ ਕਾਰਜ ਕੀਤੇ। ਆ ਭਗਤ ਧੰਨਾ ਜੀ ਨੇ ਪ੍ਰਤੱਖ ਦਰਸ਼ਨ ਦੇ ਕੇ ਪ੍ਰਸ਼ਾਦਾ ਵੀ ਛਕਿਆ, ਲੱਸੀ ਵੀ ਪੀਤੀ। ਕਹਿੰਦੇ ਧੰਨਿਆ ਜੀ ਦਾ ਕੁਝ ਖਾਈਏ, ਉਹਦਾ ਕੰਮਕਾਰ ਵੀ ਕਰੀਦਾ। ਉਹਨੇ ਕਿਹਾ ਵੀ ਜ਼ਰੂਰ ਪਰਮੇਸ਼ਰ ਜੀ, ਆ ਖੂਹ ਵੀ ਚਲਾਉਣ ਵਾਲਾ ਤੇ ਗਾਵਾਂ ਵੀ ਚਾਰਨੀਆਂ, ਪਸ਼ੂ ਵੀ ਚਾਰਨੇ, ਨੱਕੇ ਵੀ ਮੋੜੇ, ਸਾਰਾ ਕਾਰਜ ਕੀਤਾ। ਭਗਤ ਜੀ ਨੇ ਫਿਰ ਸ਼ਬਦ ਵੀ ਉਚਾਰਿਆ, ਗੋਪਾਲ ਤੇਰਾ ਯਾਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਜਿਹੜੇ ਆਪ ਜੀ ਦੀ ਭਗਤੀ ਕਰਦੇ ਉਹਨਾਂ ਦੇ ਤੁਸੀਂ ਕਾਰਜ ਸਵਾਰ ਦਿੰਦੇ। ਮਹਾਰਾਜ ਕਹਿੰਦੇ ਸਿੱਧੋ, ਉਹ ਪਰਮੇਸ਼ਰ ਜੋ ਵਿਅਕਤੀ ਸਰੂਪ ਤੋਂ ਰਹਿਤ ਤਾਂ ਹੈ, ਨਿਰਗੁਣ ਸਰੂਪ ਉਹਦਾ, ਕੋਈ ਚੱਕਰ ਚਿਹਨ ਨਹੀਂ, ਕੋਈ ਉਹਦੇ ਸਰੀਰ ਦਾ ਆਕਾਰ ਨਹੀਂ, ਰੂਪ ਰੰਗ ਰੇਖ ਭੇਖ ਸਭ ਤੋਂ ਰਹਿਤ ਹੈ, ਨਿਰਮਾਇਲ ਸੁੱਧ ਸਰੂਪ ਹੈ। ਪਰ ਉਹ ਜਦੋਂ ਵੀ ਚਾਹੁੰਦਾ ਹੈ ਨਿਰਗੁਣ ਤੋਂ ਸਰਗੁਣ ਹੋ ਜਾਂਦਾ ਹੈ। ਉਹ ਨਿਰਗੁਣ ਸਰੂਪ, ਪਰ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਸਤੇ ਵੀ ਉਹ ਨਿਰਗੁਣ ਤੋਂ ਸਰਗੁਣ ਹੋ ਜਾਂਦਾ ਹੈ।
ਜਦੋਂ ਆਪਣੀ ਮੌਜ ਦੇ ਨਾਲ ਇਹ ਸੰਸਾਰ ਦੀ ਰਚਨਾ ਕਰਦਾ ਹੈ ਤੇ ਫਿਰ ਉਹ ਨਿਰਗੁਣ ਤੋਂ ਸਰਗੁਣ ਹੋ ਜਾਂਦੇ ਹਨ। ਇਸ ਕਰਕੇ ਉਹ ਪਰਮੇਸ਼ਰ ਦੇ ਸਰੂਪ ਹਨ। ਸਰਗੁਣ, ਨਿਰਗੁਣ, ਨਿਰੰਕਾਰ, ਸੁੰਨ ਸਮਾਧੀ ਆਪ। ਸਰਗੁਣ ਵੀ ਉਹ ਆਪ ਹੀ ਆ, ਨਿਰਗੁਣ ਵੀ ਆਪ ਹੀ ਆ, ਤੇ ਸੁੰਨ ਸਮਾਧੀ ਆ, ਫੁਰ ਸਮਾਧੀ ਸਰੂਪ ਲਾ ਕੇ ਬੈਠ ਜਾਂਦਾ। ਸੁੰਨ ਸਮਾਧੀ ਰੂਪ ਵੀ ਆਪ ਹੀ ਆ। ਸੁੰਨ ਸਮਾਧ ਲਗਾਏ ਦਾ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਸੇ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ, ਸਿੱਧਾ ਨੇ ਦੂਸਰਾ ਸਵਾਲ ਕੀਤਾ ਸੀ ਕਿ ਮਹਾਰਾਜ ਜੋ ਇਹ ਗੁਣਾ ਤੋਂ ਹੀਣਾ ਜੀਵ ਹੈ, ਇਹ ਗੁਣਾ ਦੇ ਸਹਿਤ ਗੁਣਾ ਵਾਲਾ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਵੀ ਜਿਸ ਵੇਲੇ ਇਹ ਨਿਰਮਲ ਪਵਿੱਤਰ ਨਾਮ ਦੇ ਨਾਲ ਜੁੜੇ ਨਾ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ, ਅਵਗਤੋ ਨਿਰਮਾਇਲ ਉਪਜੇ, ਇਹਦੇ ਹਿਰਦੇ ਦੇ ਵਿੱਚ ਫਿਰ ਇਹ ਗੁਣ ਪੈਦਾ ਹੋਣਗੇ। ਫਿਰ ਇਹ ਨਿਰਗੁਣ ਤੇ ਸਰਗੁਣ ਥੀ ਆ। ਗੁਣਾ ਤੋਂ ਹੀਣਾ ਜਿਹੜਾ ਜੀਵ ਹੈ ਸਮੂਹ ਗੁਣਾ ਵਾਲਾ ਹੋ ਜਾਵੇਗਾ ਜਿਸ ਵੇਲੇ ਨਾਮ ਦੇ ਨਾਲ ਜੁੜੇਗਾ, ਨਾਮ ਜਪੇਗਾ, ਤੇ ਫਿਰ ਸਾਰੇ ਗੁਣ ਇਸ ਨੂੰ ਧਰਮ ਦੇ ਪ੍ਰਾਪਤ ਹੋ ਜਾਣਗੇ। ਸਤਿਗੁਰੂ ਪਰਚੈ ਪਰਮ ਪਦ ਪਾਈਐ। ਸਿੱਧਾ ਨੇ ਆਖਿਆ ਜੀ ਪਰਮ ਪਦ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਸਿੱਧੋ ਜਦੋਂ ਸਤਿਗੁਰੂ ਜੀ ਦੇ ਉਪਦੇਸ਼ ਦੇ ਨਾਲ ਪ੍ਰੇਮ ਕਰੇ, ਸਤਿਗੁਰੂ ਜੀ ਦੇ ਨਾਲ ਪਰਚੇ, ਉਪਦੇਸ਼ ਦੇ ਨਾਲ ਜੁੜੇ, ਫਿਰ ਸਤਿਗੁਰੂ ਜੀ ਦੇ ਉਪਦੇਸ਼ ਕਰਕੇ, ਸਤਿਗੁਰੂ ਜੀ ਦੇ ਪ੍ਰੇਮ ਕਰਕੇ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ। ਪਰਮ ਵੱਡੀ ਪਦਵੀ ਪ੍ਰਾਪਤ ਹੁੰਦੀ ਹੈ। ਉਹ ਪਰਮ ਪਦ ਕੀ ਹੈ? ਪਰਮੇਸ਼ਰ ਦੇ ਵਿੱਚ ਭੇਦ ਹੋ ਜਾਂਦਾ ਹੈ। ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਜੀ ਦੇ ਉਪਦੇਸ਼ ਨਾਲ। ਸਾਚੈ ਸ਼ਬਦ ਸਮਾਇ ਲਿਆ। ਜਿਨ੍ਹਾਂ ਨੇ ਸੱਚੇ ਸ਼ਬਦ ਦੇ ਨਾਲ ਜੁੜਨਾ ਕੀਤਾ ਹੈ, ਸਤਿਗੁਰੂ ਜੀ ਦੇ ਸੱਚੇ ਉਪਦੇਸ਼ ਦੇ ਨਾਲ, ਉਹਨਾਂ ਨੂੰ ਫਿਰ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਨਾਲ ਸਮਾ ਲਿਆ, ਆਪਣੇ ਨਾਲ ਲੀਨ ਕਰ ਲਿਆ, ਅਭੇਦ ਕਰ ਲਿਆ। ਏਕੇ ਕਉ ਸਚ ਏਕਾ ਜਾਣੈ। ਐਸਾ ਗੁਰਮੁਖ ਸਤਿਗੁਰੂ ਜੀ ਦੇ ਉਪਦੇਸ਼ ਦਾ ਜੋ ਧਾਰਨੀ ਹੁੰਦਾ ਹੈ, ਏਕੇ ਕਉ, ਜੋ ਇੱਕ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹਦੇ ਤੇ ਸੱਚ ਨਿਸ਼ਚਾ ਕਰਕੇ ਏਕਾ ਜਾਣੇ, ਉਸ ਇੱਕੇ ਨੂੰ ਹੀ ਜਾਣਦਾ ਵੀ ਇੱਕੇ ਦਾ ਹੀ ਸਾਰਾ ਵਰਤਾਰਾ ਹੈ, ਇੱਕ ਨੂੰ ਹੀ ਜਪਦਾ, ਇੱਕ ਦੀ ਸਿਫਤ ਸਲਾਹ ਕਰਦਾ, ਇੱਕ ਨਾਲ ਹੀ ਜੁੜਿਆ ਰਹਿੰਦਾ ਹੈ। ਫਿਰ ਉਹਦੀ ਅਵਸਥਾ ਇਹ ਬਣ ਜਾਂਦੀ ਹੈ ਜਿਵੇਂ ਪੰਜਵੇਂ ਪਾਤਸ਼ਾਹ ਨੇ ਆਖਿਆ, ਧਰ ਜੀ ਅਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ। ਇਹ ਮਹਾਰਾਜ ਨੇ ਹੁਕਮ ਕੀਤਾ ਨਾ ਵੀ ਹੇ ਜੀਵ ਤੂੰ ਇੱਕ ਤੇ ਟੇਕ ਰੱਖ, ਬਗਾਨੀਆਂ ਆਸਾਂ ਲਾਹ ਦੇ। ਫਿਰ ਉਹ ਇੱਕ ਤੇ ਟੇਕ ਰੱਖਦਾ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਫਿਰ ਕਾਰਜ ਰਾਸ ਆਉਂਦਾ। ਤੇ ਕਾਰਜ ਸਭ ਤੋਂ ਵੱਡਾ ਕਿਹੜਾ ਹੈ? ਆ ਸੰਸਾਰੀ ਕਾਰਜ ਤਾਂ ਰਾਸ ਆਉਂਦੇ ਹੀ ਹੈ, ਇਹ ਤਾਂ ਛੋਟੇ ਕਾਰਜ ਵਾ। ਸਭ ਤੋਂ ਵੱਡਾ ਮਨੁੱਖਾ ਜਨਮ ਦਾ ਕਾਰਜ ਕਿਹੜਾ ਹੈ? ਉਹ ਹੈ ਪ੍ਰਮਾਤਮਾ ਦੀ ਪ੍ਰਾਪਤੀ ਦਾ। ਜਿਸ ਨਾਲੋਂ ਵਿਛੜਿਆ ਉਹਦੇ ਨਾਲ ਮਿਲਣ ਦਾ ਕਾਰਜ ਵੱਡਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਮਨੁੱਖਾ ਦੇ ਮਿਲੀ ਕਿਉਂ ਹੈ? ਖਾਣ ਪੀਣ ਪਹਿਨਣ ਭੋਗਣ ਵਾਸਤੇ ਹੀ ਸਿਰਫ? ਮਹਾਰਾਜ ਕਹਿੰਦੇ ਨਹੀਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਪਰੀਆ। ਗੋਬਿੰਦ ਨਾਲ ਮਿਲਣ ਵਾਸਤੇ ਮਿਲੀ ਆ ਮਨੁੱਖਾ ਦੇ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਹੜਾ ਇੱਕ ਦੇ ਨਾਲ ਨਿਸ਼ਚਾ ਕਰਦਾ ਹੈ ਫਿਰ ਇੱਕੇ ਨੂੰ ਹੀ ਜਾਣਦਾ। ਇੱਕ ਗੁਰੂ ਕੇ ਉਪਦੇਸ਼ ਤੇ ਸੱਚੇ ਨਾਮ ਤੇ ਨਿਸ਼ਚਾ ਕਰਨ ਵਾਲਾ ਇੱਕ ਵਾਹਿਗੁਰੂ ਜੀ ਨੂੰ ਹੀ ਜਾਣਦਾ। ਫਿਰ ਉਹਦੇ ਕਾਰਜ ਰਾਸ ਹੋ ਜਾਂਦੇ, ਮਾਨਸ ਜਨਮ ਦੀ ਸਫਲਤਾ ਹੋ ਜਾਂਦੀ, ਪਰਮੇਸ਼ਰ ਦੀ ਪ੍ਰਾਪਤੀ ਦਾ ਕਾਰਜ ਰਾਸ ਹੋ ਜਾਂਦਾ। ਧਰ ਜੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਪ੍ਰਭੂ ਪ੍ਰਾਪਤੀ ਦਾ ਕਾਰਜ ਰਾਸ ਹੁੰਦਾ ਗੁਰੂ ਕੀ ਕਿਰਪਾ ਨਾਲ। ਗੁਰ ਕਿਰਪਾ ਜਿਹੇ ਨਰ ਕਉ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਤਾਂ ਫਿਰ ਉਹ ਇੱਕ ਨੂੰ ਹੀ ਜਾਣਦਾ ਕਿ ਇੱਕੋ ਹੀ ਸਾਰੇ ਪਾਸੇ ਸਰਬ ਵਿਆਪਕ ਹੈ। ਹਉਮੈ ਦੂਜਾ ਦੂਰ ਕੀਆ। ਕਿਉਂਕਿ ਉਸਨੇ ਹਉਮੈ ਨੂੰ ਦੂਰ ਕਰ ਦਿੱਤਾ, ਦੂਜਾ ਦੂਰ ਕਰ ਦਿੱਤਾ। ਜੋ ਦੂਜਾ ਦੁਐਤ ਭਾਵ ਬਣਿਆ ਹੋਇਆ ਸੀ ਨਾ,
ਉਹ ਦੂਜੇ ਪੁਣੇ ਨੂੰ ਦੂਰ ਕਰ ਦਿੱਤਾ, ਦ્વੈਤ ਨੂੰ ਦੂਰ ਕੀਤਾ, ਹਉਮੈ ਨੂੰ ਦੂਰ ਕੀਤਾ। ਹਉਮੈ ਕਰਕੇ ਹੀ ਵਿਛੋੜਾ ਪਿਆ ਹੋਇਆ ਸੀ, ਹਉਮੈ ਕਰਕੇ ਹੀ ਵਿੱਥ ਪਈ ਹੋਈ ਸੀ। ਹਉਮੈ ਭੀਤ ਕਰਾਰੀ ਸੀ, ਵਿੱਚ ਹਉਮੈ ਦੀ ਕੰਧ ਸੀ ਪੱਕੀ। ਉਹ ਹਉਮੈ ਨੂੰ, ਦੂਜੇ ਪੁਣੇ ਨੂੰ ਦੂਰ ਕਰ ਦਿੱਤਾ ਤੇ ਫਿਰ ਇੱਕੇ ਨੂੰ ਹੀ ਵੇਖਦਾ ਸਾਰੇ ਪਾਸੇ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਫਿਰ ਜਿਵੇਂ ਸੁਖਮਨੀ ਸਾਹਿਬ ਚ ਪੰਜਵੇਂ ਪਾਤਸ਼ਾਹ ਨੇ ਫਰਮਾਇਆ, ਇੱਕ ਨੂੰ ਹੀ ਜਪਦਾ, ਇੱਕ ਦੀ ਸਿਫਤ ਸਲਾਹ ਕਰਦਾ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ। ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਇੱਕੋ ਹੀ ਸਾਰੇ ਪਾਸੇ ਪੂਰਨ ਪੂਰ ਹੋ ਰਿਹਾ, ਪਰਿਪੂਰਨ ਹੋ ਰਿਹਾ। ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਭਏ। ਏਕ ਅਰਾਧ ਪ੍ਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ। ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਪਰ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਇੱਕ ਨੂੰ ਜਾਣਿਆ। ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਹਉਮੈ ਦੂਜਾ ਦੂਰ ਕੀਆ, ਫਿਰ ਉਹਨੇ ਹਉਮੈ ਨੂੰ, ਦੂਜੇ ਪੁਣੇ ਨੂੰ ਦੂਰ ਕਰ ਦਿੱਤਾ। ਸੋ ਜੋਗੀ ਗੁਰ ਸ਼ਬਦ ਪਛਾਣੈ। ਮਹਾਰਾਜ ਕਹਿੰਦੇ ਉਹ ਜੋਗੀ ਆ ਸਿੱਧੋ ਅਸਲ ਵਿੱਚ, ਦੂਜਾ ਕੋਈ ਜੋਗੀ ਨਹੀਂ। ਸੋ ਜੋਗੀ, ਉਹ ਜੋਗੀ ਆ ਗੁਰ ਸ਼ਬਦ ਪਛਾਣੇ, ਜਿਹੜਾ ਗੁਰੂ ਕੇ ਸ਼ਬਦ ਨੂੰ ਪਛਾਣਦਾ, ਅਥਵਾ ਜਿਹੜਾ ਗੁਰੂ ਕੇ ਸ਼ਬਦ ਦੁਆਰਾ ਉਸ ਬ੍ਰਹਮ ਨੂੰ ਪਛਾਣਦਾ ਹੈ। ਅੰਤਰ ਕਮਲ ਪ੍ਰਕਾਸ਼ ਕੀਆ। ਉਸ ਫਿਰ ਜੋਗੀ ਦੇ, ਉਸ ਗੁਰਮੁਖ ਦੇ ਅੰਤਰ ਹਿਰਦੇ ਦੇ ਵਿੱਚ, ਅੰਤਸ਼ਕਰਨ ਦੇ ਵਿੱਚ, ਹਿਰਦਾ ਰੂਪੀ ਕਮਲ ਦੇ ਵਿੱਚ ਪ੍ਰਕਾਸ਼ ਥੀਆ ਹੋ ਗਿਆ। ਉਹਦੇ ਹਿਰਦੇ ਕਮਲ ਦੇ ਵਿੱਚ ਫਿਰ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ। ਜੀਵਨ ਮਰੈ ਤਾਂ ਸਭ ਕਿਛ ਸੂਝੈ। ਪਰ ਮਹਾਰਾਜ ਕਹਿੰਦੇ ਸਾਰੀ ਜਿਹੜੀ ਸੋਝੀ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਜੀਵਤ ਭਾਵ ਤੋਂ ਮਰੇ, ਜਿਉਂਦਾ ਮਰੇ। ਜਿਉਂਦਾ ਮਰਨਾ ਕੀ? ਹੰਕਾਰ ਵੱਲੋਂ ਮਰੇ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਮਾਣ ਹੁੰਦੇ ਆ ਨਿਮਾਣਾ ਹੋ ਕੇ ਰਹਿਣਾ, ਤਾਣ ਹੁੰਦੇ ਆ ਬਾਲ ਹੋਣਾ ਤੇ ਨਿਤਾਣਾ ਹੋ ਕੇ ਰਹਿਣਾ। ਹੰਕਾਰ ਨੂੰ ਛੱਡਣਾ, ਨੀਵਾ ਨਿਮਰਤਾ ਵਿੱਚ ਆਉਣਾ। ਜਿਉਂਦਿਆਂ ਮਰਨਾ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣਕਾ, ਸਾਰਿਆਂ ਦੀ ਚਰਨ ਧੂੜੀ ਹੋ ਕੇ ਰਹਿਣਾ, ਸਭ ਤੋਂ ਨੀਵਾ। ਹੋ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ। ਕਿਉਂਕਿ ਹਉਮੈ ਨੀਵਾ ਨਹੀਂ ਹੋਣ ਦਿੰਦੀ। ਇਹ ਤਾਂ ਕਹਿੰਦੀ ਸਾਰੇ ਮੇਰੇ ਅੱਗੇ ਝੁਕਣ, ਮੈਂ ਆਕੜ ਕੇ ਖਲੋਤਾ ਹਾਂ ਤੇ ਸਾਰੇ ਮੇਰੇ ਪੈਰੀਂ ਹੱਥ ਲਾਉਣ। ਹਉਮੈ ਤਾਂ ਇਹ ਕਹਿੰਦੀ। ਪਰ ਜਦੋਂ ਹਉਮੈ ਮਰਦੀ ਏ ਤੇ ਫਿਰ ਸਾਰਿਆਂ ਦੇ ਚਰਨਾਂ ਦੀ ਧੂੜ ਬਣਦਾ, ਫਿਰ ਨੀਵਾ ਹੁੰਦਾ। ਸਤਿਗੁਰੂ ਕਹਿੰਦੇ ਜੀਵਤ ਮਰੈ, ਜਿਉਂਦਿਆਂ ਮਰੇ, ਹੰਕਾਰ ਵੱਲੋਂ ਮਰੇ ਤਾਂ ਸਭ ਕੁਛ ਸੂਝੈ। ਤਾਂ ਫਿਰ ਸਭ ਕੁਛ ਦੀ ਸੋਝੀ ਪ੍ਰਾਪਤ ਹੋ ਜਾਂਦੀ, ਸਭ ਕੁਝ ਇਸ ਨੂੰ ਸੁੱਝ ਜਾਂਦਾ ਹੈ, ਗਿਆਨ ਪ੍ਰਾਪਤ ਹੋ ਜਾਂਦਾ ਹੈ। ਅੰਤਰ ਜਾਣੈ ਸਰਬ ਦਇਆ। ਫਿਰ ਇਹਦੇ ਅੰਦਰ ਦੀ ਅਵਸਥਾ ਇਸ ਤਰ੍ਹਾਂ ਦੀ ਬਣਦੀ ਹੈ, ਫਿਰ ਕਿਸੇ ਨਾਲ ਵੀ ਦੂਜਾ ਪੁਣਾ ਨਹੀਂ ਇਹ ਕਰਦਾ, ਦ્વੈਤ ਨਹੀਂ ਕਰਦਾ, ਕਿਸੇ ਨੂੰ ਦੂਜਾ ਸਮਝਦਾ ਹੀ ਨਹੀਂ। ਕਿਉਂਕਿ ਹੰਕਾਰ ਮਰ ਗਿਆ, ਹਉਮੈ ਮਰ ਗਈ, ਫਿਰ ਅੰਦਰ ਇਹਦੇ ਦਇਆ ਆ ਗਈ, ਸਾਰਿਆਂ ਉੱਤੇ ਤਰਸ ਕਰਦਾ, ਸਾਰਿਆਂ ਉੱਤੇ ਦਇਆ ਕਰਨੀ ਜਾਣਦਾ। ਕਿਉਂਕਿ ਫਿਰ ਆਪਣਾ ਪਰਾਇਆ ਤੇ ਕੋਈ ਦਿਸਦਾ ਹੀ ਨਹੀਂ ਹੈ। ਫਿਰ ਤਾਂ ਭਾਈ ਕਨ੍ਹਈਆ ਸਿੰਘ ਜੀ ਉਹ ਦੁਸ਼ਮਣਾਂ ਦੀ ਫੌਜ ਵਿੱਚ ਜਾ ਕੇ ਵੀ ਪਾਣੀ ਪਿਆਈ ਜਾਂਦੇ। ਸ਼ਿਕਾਇਤ ਲੱਗ ਜਾਂਦੀ, ਮਹਾਰਾਜ ਅਸੀਂ ਤਾਂ ਜੰਗ ਯੁੱਧ ਕਰਕੇ ਮਾਰਦੇ ਆ ਦੁਸ਼ਮਣਾਂ ਨੂੰ, ਤੇ ਆ ਭਾਈ ਕਨ੍ਹਈਆ ਇਹ ਤੁਰਕਾਂ ਨੂੰ ਵੀ ਪਾਣੀ ਪਿਆਈ ਜਾਂਦਾ। ਸੱਦ ਲਿਆ 10ਵੇਂ ਪਾਤਸ਼ਾਹ ਨੇ, ਕਹਿੰਦਾ ਮਹਾਰਾਜ ਮੈਨੂੰ ਤਾਂ ਤੁਰਕ ਨਾ ਦਿਸਦਾ ਕੋਈ, ਮੈਨੂੰ ਕੋਈ ਦਿਸਦਾ ਹੀ ਨਹੀਂ ਦੂਜਾ, ਮੈਨੂੰ ਤੇ ਸਭ ਪਾਸੇ ਤੁਸੀਂ ਦਿਸਦੇ ਹੋ। ਇਹ ਅਵਸਥਾ ਮਹਾਰਾਜ ਨੇ ਉਸ ਸਿੱਖ ਨੂੰ ਦਿੱਤੀ। ਫਿਰ ਮਹਾਰਾਜ ਸਾਹਿਬ ਜੀ ਨੇ ਘੁੱਟ ਕੇ ਛਾਤੀ ਨਾਲ ਲਾਇਆ ਭਾਈ ਕਨ੍ਹਈਆ ਜੀ ਨੂੰ, ਕਹਿਣ ਲੱਗੇ ਅੱਗੇ ਤੇ ਪਾਣੀ ਪਿਆਉਣਾ ਨਾ ਕੱਲਾ, ਆ ਮਲਮ ਵੀ ਲੈ ਜਾ ਤੇ ਪੱਟੀ ਵੀ ਲੈ ਜਾ, ਜਿਨ੍ਹਾਂ ਦੇ ਜ਼ਖਮ ਹੋਏ ਆ ਮਲਮ ਲਾ ਕੇ ਪੱਟੀ ਵੀ ਕਰ ਦਿਆ ਕਰਨਾ। ਉਥੋਂ ਫਿਰ ਸੇਵਾ ਪੰਥੀ ਸੰਪਰਦਾ ਚੱਲੀ ਸਾਧ ਸੰਗਤ ਜੀ। ਭਾਈ ਕਨ੍ਹਈਆ ਜੀ ਤੋਂ ਖਾਲਸਾ ਪੰਥ ਦੇ ਵਿੱਚ ਮਹਾਨ ਸੰਪਰਦਾ ਵਾ ਸੇਵਾ ਪੰਥੀ ਮਹਾਂਪੁਰਖਾਂ ਦੀ, ਅੱਜ ਵੀ ਚੱਲਦੀ ਹੈ ਥਾਵਾਂ ਥਾਵਾਂ ਤੇ। ਉਹ ਸੇਵਾ ਪੰਥੀ ਭਾਈ ਕਨ੍ਹਈਆ ਜੀ ਤੋਂ ਚੱਲੀ, 10ਵੇਂ ਪਾਤਸ਼ਾਹ ਜੀ ਨੇ ਤੋਰੀ। ਅੰਤਰ ਜਾਣੈ ਸਰਬ ਦਇਆ, ਮਹਾਰਾਜ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਫਿਰ ਅੰਤਰ, ਆਪਣੇ ਅੰਤਰ ਹਿਰਦੇ ਦੇ ਵਿੱਚ
ਸਾਰਿਆਂ ਉੱਤੇ ਦਇਆ ਕਰਨੀ ਜਾਣੇ, ਇਸ ਤਰ੍ਹਾਂ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਨਾਨਕ ਤਾਕੋ ਮਿਲੈ ਵਡਾਈ। ਤੇ ਮਹਾਰਾਜ ਕਹਿੰਦੇ ਐਸੇ ਫਿਰ ਗੁਰਮੁਖ ਨੂੰ, ਐਸੇ ਜੋਗੀ ਨੂੰ ਵਡਿਆਈ ਮਿਲਦੀ ਹੈ। ਕਿਹੜੀ ਵਡਿਆਈ ਮਿਲਦੀ? ਨਾਮ ਦੀ ਵਡਿਆਈ, ਬ੍ਰਹਮ ਗਿਆਨ ਦੀ ਵਡਿਆਈ, ਪਰਮੇਸ਼ਰ ਦੀ ਪ੍ਰਾਪਤੀ ਦੀ ਵਡਿਆਈ ਮਿਲਦੀ ਹੈ। ਆਪ ਪਛਾਣੈ ਸਰਬ ਜੀਆ। ਉਹਨੂੰ ਇਹ ਵਡਿਆਈ ਮਿਲਦੀ ਹੈ ਵੀ ਉਹ ਆਪਣੇ ਆਪੇ ਨੂੰ ਹੀ ਪਛਾਣ ਲੈਂਦਾ ਸਾਰਿਆਂ ਜੀਆਂ ਦੇ ਵਿੱਚ, ਵੀ ਜਿਹੜੀ ਆਤਮਾ ਮੇਰੇ ਵਿੱਚ ਹੈ ਨਾ, ਉਹੀ ਆਤਮਾ ਦੂਜਿਆਂ ਦੇ ਵਿੱਚ ਵੀ ਉਹੀ ਹੈ। ਜਿਹੜੀ ਜੋਤ ਮੇਰੇ ਅੰਦਰ ਹੈ ਪਰਮੇਸ਼ਰ ਦੀ, ਉਹੀ ਸਾਰਿਆਂ ਦੇ ਵਿੱਚ ਹੈ। ਕੌਣ ਵੱਡਾ ਤੇ ਕੌਣ ਛੋਟਾ? ਫਿਰ ਉੱਥੇ ਸਾਰੇ ਪਾਸੇ ਇਹ ਜਿਵੇਂ ਫਿਰ ਭਗਤ ਨਾਮਦੇਵ ਸਾਹਿਬ ਜੀ ਨੂੰ ਇਹ ਦਾਤ ਪ੍ਰਾਪਤ ਹੋਈ, ਆਪ ਪਛਾਣੇ ਸਰਬ ਜੀ, ਆਪਣੇ ਆਪੇ ਨੂੰ ਹੀ ਸਾਰਿਆਂ ਜੀਆਂ ਵਿੱਚ ਪਛਾਨਣਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਕਿ ਉਹੀ ਆਪਾ ਜਿਹੜੇ ਮੇਰੇ ਅੰਦਰ ਹੈ ਆਤਮਾ, ਉਹੀ ਸਾਰਿਆਂ ਦੇ ਵਿੱਚ ਵਿਆਪਕ ਹੈ। ਆਪਣੇ ਆਪੇ ਨੂੰ ਹੀ ਸਾਰਿਆਂ ਜੀਆਂ ਵਿੱਚ ਪਛਾਨਣਾ। ਆਪ ਪਛਾਣੈ, ਫਿਰ ਉਹ ਆਪ ਪਛਾਣ ਲੈਂਦਾ ਸਾਰਿਆਂ ਜੀਆਂ ਦੇ ਵਿੱਚ ਇੱਕ ਪਰਮੇਸ਼ਰ ਦੀ ਜੋਤ ਨੂੰ ਵੇਖਦਾ ਹੈ। ਤੇ ਫਿਰ ਉੱਥੇ ਕੋਈ ਵੈਰ ਭਾਵ ਨਹੀਂ ਕਰਦਾ ਹੈ, ਦੁਐਤ ਨਹੀਂ ਕਰਦਾ ਹੈ, ਹਉਮੈ ਨਹੀਂ ਕਰਦਾ ਹੈ। ਫਿਰ ਉੱਥੇ ਮਹਾਰਾਜ ਕਹਿੰਦੇ ਵੀ ਉਹ ਸ਼ਬਦ ਨਾਲ ਜੁੜਿਆ ਰਹਿੰਦਾ ਹੈ, ਨਾਮ ਨਾਲ ਜੁੜਿਆ ਰਹਿੰਦਾ ਹੈ। ਤੇ ਐਸਾ ਜਿਹੜਾ ਹੈ ਉਹ ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲਾ ਹੁੰਦਾ ਹੈ, ਪਰਮੇਸ਼ਰ ਦੀ ਪ੍ਰਾਪਤੀ ਉਸ ਨੂੰ ਹੁੰਦੀ ਹੈ। ਇਸ 24 ਨੰਬਰ ਦੀ ਪੌੜੀ ਵਿੱਚ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਸਿੱਧਾਂ ਦੇ ਸਵਾਲਾਂ ਦੇ ਜਵਾਬ ਦੇਦਿਆਂ ਹੋਇਆਂ ਗੁਰੂ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਜੀਵਤ ਮਰੈ ਸਭ ਕਿਸ ਸੂਝੈ, ਅੰਤਰ ਜਾਣੈ ਸਰਬ ਦਇਆ। ਨਾਨਕ ਤਾਕੋ ਮਿਲੈ ਵਡਾਈ। ਆਪ ਪਛਾਣੈ ਸਰਬ ਜੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।